ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਕੇ ਮਾਲਕ ਦੀਨ ਦੁਨੀਆ ਕੇ ਵਾਲੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਰਧਾ ਭਾਉ ਪ੍ਰੇਮ ਸਹਿਤ ਜੁੜ ਬੈਠੀ ਗੁਰੂ ਸਰੂਪ ਸਾਧ ਸੰਗਤ ਜੀ। ਮੇਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਜੀਵਨ ਦਾ ਲੜੀਵਾਰ ਇਤਿਹਾਸ ਸਰਵਣ ਕਰਨ ਵਾਸਤੇ ਆਪ ਜੀ ਜੁੜ ਬੈਠੇ ਹੋ। ਮਾਤਾ ਨਾਨਕੀ ਜੀ ਨੇ ਸਾਹਿਬ ਦੇ ਚਰਨਾਂ ਵਿੱਚ ਅਰਜ਼ ਗੁਜ਼ਾਰੀ ਸੀ, ਗਰੀਬ ਨਵਾਜ ਆਪ ਜੀ ਆਪਣੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦਾ ਇੰਨਾ ਸਨਮਾਨ ਕਰਦੇ ਹੋ, ਇਹਦਾ ਕਾਰਨ ਕੀ ਹੈ? ਗੁਰਦੇਵ ਕਹਿਣ ਲੱਗੇ, ਇਹਨਾਂ ਦਾ ਭੇਦ ਕੋਈ ਨਹੀਂ ਜਾਣ ਸਕਦਾ ਔਰ ਇਹਨਾਂ ਜਿਹਾ ਇਸ ਜਗਤ ਵਿੱਚ ਹੋਰ ਕੋਈ ਦੂਜਾ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਪੋਤਰਾ, ਇਹਨਾਂ ਦਾ ਪੁੱਤਰ ਮਾਂ ਬਲੀ ਸੂਰਵੀਰ ਯੋਧਾ ਹੋਵੇਗਾ। ਜਿੱਥੇ ਉਹ ਰਣ ਤੱਤੇ ਵਿੱਚ ਜ਼ੁਲਮ ਕਰਨ ਵਾਲਿਆਂ ਦੀ ਜੜ ਪੱਟੇਗਾ, ਉੱਥੇ ਗੁਰੂ ਨਾਨਕ ਸਾਹਿਬ ਦੇ ਪੰਥ ਨੂੰ ਸੰਸਾਰ ਵਿੱਚ ਪ੍ਰਗਟ ਵੀ ਕਰੇਗਾ। ਇਸ ਵਾਸਤੇ ਅਸੀਂ ਇਹਨਾਂ ਦਾ ਇੰਨਾ ਅਦਬ ਕਰਦੇ ਹਾਂ। ਇੱਧਰ ਬਾਬਾ ਬਿਧੀ ਚੰਦ ਸਾਹਿਬ ਜਿਨ੍ਹਾਂ ਨੇ ਆਪਣਾ ਜੀਵਨ ਦਾ ਇੱਕ ਇੱਕ ਪਲ ਗੁਰੂ ਸਾਹਿਬ ਦੇ ਗੁਣ ਗਾਉਂਦਿਆਂ ਬਤੀਤ ਕੀਤਾ, ਉਹਨਾਂ ਨੇ ਆਪਣਾ ਸੀਸ ਸਫਲ ਕੀਤਾ ਮਹਾਰਾਜ ਦੇ ਚਰਨਾਂ ਤੇ ਰੱਖ ਕੇ, ਪੈਰ ਸਫਲ ਕੀਤੇ ਸਤਿਗੁਰਾਂ ਦੇ ਲਈ ਕਾਰਜ ਕਰਦਿਆਂ, ਹੱਥ ਜਿਹੜੇ ਸਾਨੂੰ ਸੇਵਾ ਕਰਕੇ ਸਫਲ ਕੀਤੇ, ਨੇਤਰ ਜਿਹੜੇ ਦਰਸ਼ਨ ਕਰਕੇ ਸਫਲ ਕੀਤੇ, ਕੰਨ ਗੁਰੂ ਦਾ ਉਪਦੇਸ਼ ਸੁਣ ਕੇ ਸਫਲਾ ਕੀਤੇ। ਧੰਨ ਜਨਮ ਬਾਬਾ ਬਿਧੀ ਚੰਦ ਸਾਹਿਬ ਜੀ ਦਾ, ਜਿਨ੍ਹਾਂ ਨੇ ਸੇਵਾ ਕਰਕੇ ਗੁਰੂ ਦੇ ਚਰਨਾਂ ਵਿੱਚੋਂ ਮੋਖ ਦੀ ਪਦਵੀ ਪਾਈ। ਜਦੋਂ ਉਹਨਾਂ ਦੀ ਆਰਬਲਾ ਸੰਪੂਰਨ ਹੋਈ, ਹਰ ਬਚਨ ਚੇਤੇ ਆਇਆ ਵੀ ਮੈਂ ਸੁੰਦਰ ਸ਼ਾਹ ਫਕੀਰ ਦੇ ਨਾਲ ਇਕਰਾਰ ਕਰਕੇ ਆਇਆ ਸੀ ਵੀ ਇਕੱਠਿਆਂ ਸਰੀਰ ਤਿਆਗਾਂਗੇ। ਇਹ ਵਿਚਾਰ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਆਏ। ਗਰੀਬ ਨਵਾਜ ਆਪ ਜੀ ਸਭ ਕੁਝ ਜਾਣਦੇ ਹੋ, ਫਿਰ ਵੀ ਆਪ ਜੀ ਦੀ ਆਗਿਆ ਲੈਣ ਲਈ ਮੈਂ ਬੇਨਤੀ ਕਰਦਾ ਹਾਂ। ਮੈਂ ਆਪਣੀ ਸਾਰੀ ਉਮਰ ਬਤੀਤ ਕੀਤੀ ਹੈ, ਮੇਰਾ ਸਮਾਂ ਨੇੜੇ ਆ ਗਿਆ ਹੈ। ਮੈਂ ਚਾਹੁੰਦਾ ਵੀ ਤੁਹਾਡੇ ਗੁਣ ਗਾਉਂਦਿਆਂ ਮੈਂ ਸਰੀਰ ਛੱਡ ਜਾਵਾਂ। ਔਰ ਇਹਦੇ ਵਿੱਚ ਇੱਕ ਹੋਰ ਵੀ ਕਾਰਨ ਹੈ, ਮੈਂ ਸੁੰਦਰ ਸ਼ਾਹ ਫਕੀਰ ਦੇ ਨਾਲ ਇਕਰਾਰ ਕਰਕੇ ਆਇਆ ਸੀ। ਇਸ ਵਾਸਤੇ ਮੈਂ ਉੱਥੇ ਹੀ ਜਾਣਾ ਚਾਹੁੰਦਾ ਜਿੱਥੇ ਸੁੰਦਰ ਸ਼ਾਹ ਰਹਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ, ਆ ਮੇਰਾ ਪੁੱਤਰ ਹੈ ਲਾਲ ਚੰਦ, ਇਹਦੇ ਉੱਪਰ ਆਪਣੀ ਕਿਰਪਾ ਇਸੇ ਤਰ੍ਹਾਂ ਬਣਾ ਕੇ ਰੱਖਣੀ ਜਿਵੇਂ ਤੁਸੀਂ ਮੇਰੇ ਤੇ ਦਇਆ ਕੀਤੀ ਹੈ, ਮੇਰੇ ਉੱਪਰ ਰਹਿਮਤ ਕੀਤੀ ਹੈ। ਇਹ ਬਚਨ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾ ਪਏ, ਕਹਿਣ ਲੱਗੇ, ਬਿਧੀ ਚੰਦ ਜੀ ਸਾਰੀ ਤਿਆਰੀ ਕਰਕੇ ਆਏ ਹੋ। ਜਿਨ੍ਹਾਂ ਦੇ ਨਾਲ ਤੁਸੀਂ ਬਚਨ ਕੀਤਾ ਹੈ ਨਾ ਵੀ ਇਕੱਠਿਆਂ ਸਰੀਰ ਤਿਆਗਾਂਗੇ, ਜਾਓ ਉਹਨਾਂ ਨਾਲ ਕੀਤਾ ਇਕਰਾਰ ਵੀ ਪੂਰਾ ਕਰੋ। ਇਹ ਜਗਤ ਮਿਥਿਆ ਹੈ, ਇਹਨੂੰ ਮਿਥਿਆ ਕਰਕੇ ਵਿਚਾਰੋ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਆਖਿਆ, ਬਿਧੀ ਚੰਦ ਜੀ ਜਿਹੋ ਜੀ ਚਾਹ ਮੈਨੂੰ ਤੁਹਾਡੀ ਹੈ, ਇਵੇਂ ਤੁਹਾਡੇ ਪੁੱਤਰ ਦੀ ਵੀ ਹੈ। ਤੁਹਾਡੇ ਵਿੱਚ ਤੇ ਮੇਰੇ ਵਿੱਚ ਭੇਦ ਥੋੜ੍ਹਾ ਕੋਈ। ਗੁਰੂ ਤੇ ਸਿੱਖ ਕੇਵਲ ਦੋ ਨਾਮ ਰਹਿ ਗਏ ਨੇ, ਪਰ ਅੰਤਰ ਆਤਮੇ ਤੁਸੀਂ ਮੇਰਾ ਹੀ ਰੂਪ ਹੋ ਗਏ ਹੋ।
ਤੁਸੀਂ ਗੁਰੂ ਘਰ ਦੇ ਬੜੇ ਕਾਰਜ ਕੀਤੇ ਨੇ। ਹੁਣ ਤੁਹਾਡੇ ਤੋਂ ਬਾਅਦ ਤੁਹਾਡਾ ਪੁੱਤਰ ਗੁਰੂ ਘਰ ਦੀ ਸੇਵਾ ਕਰੇਗਾ ਤੇ ਸਾਡੇ ਪਿੱਛੋਂ ਜਿਹੜਾ ਵੀ ਗੁਰਤਾ ਗੱਦੀ ਉੱਪਰ ਬੈਠੇਗਾ ਭਾਈ ਲਾਲ ਚੰਦ ਉਹਨਾਂ ਦੀ ਵੀ ਸੇਵਾ ਕਰਨਗੇ। ਬਚਨ ਕੀਤਾ ਸਦਾ ਸਾਂਝ ਤੇਰੀ ਪੁਸ਼ਤੈਨੀ, ਨਿਭੈ ਗੁਰ ਘਰ ਸੰਗ ਸੁਖੈਨੀ। ਬਿਧੀ ਚੰਦ ਤੇਰੀ ਜਿਹੜੀ ਪੁਸ਼ਤੈਨੀ ਸਾਂਝ ਗੁਰੂ ਘਰ ਦੇ ਨਾਲ ਸਦਾ ਲਈ ਨਿਭੇਗੀ। ਇਹ ਵਾਰ ਮਹਾਰਾਜ ਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਦੇਖ ਕੇ ਨਿਵਾਜਿਆ। ਆਓ ਅਗਲੀ ਕਥਾ ਜੋ ਪ੍ਰੇਮ ਨਾਲ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਅਦਬ ਸਹਿਤ ਜਪੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇਤਿਆਦਿਕ ਕਹਿ ਕਰਿਓ ਬਿਸਰਜਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਬਚਨ ਕਹਿ ਕੇ ਰਹਿਮਤਾਂ ਨਾਲ ਨਵਾਜਿਆ ਔਰ ਉਹਨਾਂ ਨੂੰ ਵਿਦਾ ਕੀਤਾ ਹੈ। ਬਾਰ ਬਾਰ ਹੇਰਤ ਕਰ ਅਰਜਨ। ਅਰਦਾਸਾਂ ਕਰ ਕਰਕੇ ਬਾਬਾ ਬਿਧੀ ਚੰਦ ਜੀ ਬਾਰ-ਬਾਰ ਛੇਵੇਂ ਪਾਤਸ਼ਾਹ ਨੂੰ ਵੇਖਦੇ ਹਨ। ਚਰਨ ਸਰੋਜ ਨਮੋ ਕਰ ਚਲਿਓ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਤੇ ਨਮਸਕਾਰ ਕਰਕੇ ਬਾਬਾ ਜੀ ਚੱਲ ਪਏ। ਕਮਲ ਬਿਲੋਚਨ ਤੇ ਜਲ ਢਲਿਓ। ਤਨ ਕਰਕੇ ਸਤਿਗੁਰਾਂ ਨਾਲੋਂ ਵਿਛੜਨ ਲੱਗੇ ਸਨ। ਨੇਤਰਾਂ ਵਿੱਚੋਂ ਜਲ ਵਹਿ ਤੁਰਿਆ, ਹੰਝੂ ਵਹਿ ਤੁਰੇ ਹਨ। ਸਾਹਿਬ ਭਾਨੇ ਆਦਿਕ ਨੇਰੇ। ਬਾਬਾ ਬਿਧੀ ਚੰਦ ਸਾਹਿਬ ਜੀ ਭਾਈ ਭਾਨਾ ਸਾਹਿਬ ਆਦਿਕ ਸਿੱਖਾਂ ਨੂੰ ਮਿਲੇ ਹਨ। ਜੋਧ ਰਾਏ ਸੋ ਮਿਲ ਤਿਸ ਬੇਰੇ। ਕਾਂਗੜ ਦੇ ਰਾਜੇ ਭਾਈ ਜੋਧ ਰਾਏ ਜੀ ਨੂੰ ਵੀ ਮਿਲੇ ਹਨ। ਲੈ ਕਰ ਖੁਸ਼ੀ ਸਭਿਨ ਤੇ ਚਾਲਾ। ਸਾਰੇ ਸਿੱਖਾਂ ਦੇ ਕੋਲੋਂ ਖੁਸ਼ੀਆਂ ਲੈ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਦਿਓ ਨਗਰ ਨੂੰ ਚੱਲ ਪਏ ਹਨ। ਰੋਗਨ ਸੋਗਨ ਵਿਯੋਗਨ ਰਾਲਾ। ਜਿਨ੍ਹਾਂ ਨੂੰ ਨਾ ਕੋਈ ਰੋਗ ਸੀ, ਨਾ ਕਿਸੇ ਤਰ੍ਹਾਂ ਦਾ ਸੋਗ ਸੀ ਮਨ ਵਿੱਚ, ਤੇ ਨਾ ਹੀ ਕਿਸੇ ਪ੍ਰਕਾਰ ਦੇ ਸੰਸਾਰ ਦੇ ਵਿਛੋੜੇ ਦਾ ਦੁੱਖ ਸੀ। ਔਰ ਇਹ ਸਾਰੀਆਂ ਚੀਜ਼ਾਂ ਰੋਗ ਸੋਗ ਤੇ ਵਿਯੋਗ ਉਹਨਾਂ ਦੇ ਅੰਦਰ ਕਿਣਕਾ ਭਰ ਵੀ ਨਹੀਂ ਸੀ। ਐਸੇ ਤਿਆਗੀ ਸਨ ਬਾਬਾ ਬਿਧੀ ਚੰਦ ਸਾਹਿਬ ਜੀ। ਸ਼੍ਰੀ ਹਰਗੋਬਿੰਦ ਮੂਰਤ ਸੁੰਦਰ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜਿਹੜੀ ਮੂਰਤ ਹੈ, ਸਤਿਗੁਰਾਂ ਦਾ ਸਰੂਪ ਬੜਾ ਹੀ ਸੁੰਦਰ ਹੈ। ਕਰੀ ਟਿਕਾਵਨ ਤਬ ਔਰ ਅੰਦਰ। ਐਸੀ ਸੁੰਦਰ ਮੂਰਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਬਾਬਾ ਜੀ ਨੇ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ। ਪ੍ਰੇਮ ਮਹਾਤਮ ਸ਼੍ਰੀ ਗੁਰ ਕੇਰਾ। ਸਤਿਗੁਰਾਂ ਦੇ ਪ੍ਰੇਮ ਦਾ ਜਿਹੜਾ ਮਹਾਤਮ ਹੈ ਉਹ ਬੜਾ ਭਾਰੀ ਹੈ। ਭਏ ਗਿਆਨ ਪੀ ਰਹਿਓ ਬਡੇਰਾ। ਕਹਿੰਦੇ ਜਦੋਂ ਗਿਆਨ ਹੁੰਦਾ ਤੇ ਗਿਆਨ ਦੇ ਕਰਕੇ ਕਰਮ ਨਸ਼ਟ ਹੋ ਜਾਂਦੇ ਨੇ। ਗੁਰਬਾਣੀ ਦਾ ਬਚਨ ਹੈ, ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮ ਹੈ ਨਾਸ। ਗਿਆਨ ਦੀ ਖਾਤਰ ਯਾਨੀ ਬ੍ਰਹਮ ਗਿਆਨ ਲੈਣ ਦੀ ਖਾਤਰ ਕਰਮ ਕੀਤੇ ਜਾਂਦੇ ਨੇ। ਪਰ ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏ ਤੇ ਭਗਤ ਜੀ ਕਹਿੰਦੇ ਕਰਮ ਕਰਨ ਦੀ ਲੋੜ ਨਹੀਂ ਰਹਿੰਦੀ। ਫਿਰ ਜਦੋਂ ਕੋਈ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਤੇ ਫਿਰ ਬਾਕੀ ਜਿਹੜੇ ਕਰਮ ਨੇ ਉਹਨਾਂ ਨੂੰ ਕਰਨ ਦੀ ਲੋੜ ਹੀ ਨਹੀਂ ਰਹਿੰਦੀ, ਕਿਉਂਕਿ ਹੁਣ ਬ੍ਰਹਮ ਸਰੂਪ ਹੋ ਗਏ ਨੇ। ਤੋ ਜਿਹੜਾ ਬ੍ਰਹਮ ਸਰੂਪ ਹੋ ਜਾਏ ਉਹ ਕਦੇ ਬ੍ਰਹਮ ਨਾਲੋਂ ਵਿਛੜਿਆ ਨਹੀਂ ਕਰਦਾ, ਉਹਦੇ ਨਾਲੋਂ ਕਦੇ ਅਲੱਗ ਨਹੀਂ ਹੁੰਦਾ। ਬਾਬਾ ਬਿਧੀ ਚੰਦ ਸਾਹਿਬ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਆ ਵਸਿਆ ਸੀ, ਪਰ ਗੁਰੂ ਸਾਹਿਬ ਦਾ ਪ੍ਰੇਮ ਜਿਹੜਾ ਸੀ ਉਹ ਜਿਉਂ ਦਾ ਤਿਉਂ ਉਸੇ ਤਰ੍ਹਾਂ ਹੀ ਰਿਹਾ। ਪ੍ਰੇਮ ਨਹੀਂ ਅੰਦਰੋਂ ਘਟਿਆ। ਇੱਕ ਪਾਸੇ ਬ੍ਰਹਮ ਗਿਆਨ ਦੀ ਅਵਸਥਾ ਵੀ ਪ੍ਰਾਪਤ ਹੈ ਤੇ ਦੂਜੇ ਪਾਸੇ ਹਿਰਦੇ ਦੇ ਘਰ ਦੇ ਵਿੱਚ ਮਹਾਰਾਜ ਦੇ ਪ੍ਰਤੀ ਬਹੁਤ ਭਾਰੀ ਪ੍ਰੇਮ ਵੀ ਵਸਦਾ ਹੈ। ਗਿਓ ਤੁਰਤ ਹੀ ਤੋ ਨੈ ਦੇਸ਼। ਇਸ ਤਰ੍ਹਾਂ ਕੀਰਤਪੁਰ ਸਾਹਿਬ ਤੋਂ ਚੱਲ ਕੇ ਤੁਰੰਤ ਹੀ ਬਾਬਾ ਬਿਧੀ ਚੰਦ ਸਾਹਿਬ ਦਿਓ ਨਗਰ ਜਾ ਪਹੁੰਚੇ ਹਨ। ਜੈ ਸਿੱਖ ਸੁੰਦਰ ਸ਼ਾਹੋ ਵਿਸ਼ੇਸ਼। ਜਿੱਥੇ ਸਤਿਗੁਰਾਂ ਦਾ ਸਿੱਖ ਭਾਈ ਸੁੰਦਰ ਸ਼ਾਹ ਫਕੀਰ ਰਹਿੰਦਾ ਹੈ। ਜਿਮ ਜੋਗੀਸ਼ਰ ਲਾਏ ਸਮਾਦ। ਜਿਵੇਂ ਕੋਈ ਯੋਗੀ ਸਮਾਧੀ ਲਾ ਕਰਕੇ ਆਪਣੀ ਸਮਾਧੀ ਦੇ ਅੰਦਰ ਪ੍ਰਭੂ ਨੂੰ ਯਾਦ ਕਰਦਾ, ਚੇਤੇ ਕਰਦਾ ਹੈ। ਬਿਧੀ ਚੰਦ ਕੋ ਰਹਿਓ ਅਰਾਧ। ਇਸੇ ਤਰ੍ਹਾਂ ਸੁੰਦਰ ਸ਼ਾਹ ਫਕੀਰ ਬਾਬਾ ਬਿਧੀ ਚੰਦ ਸਾਹਿਬ ਨੂੰ ਅਰਾਧ ਦਾ ਚੇਤੇ ਕਰਦਾ ਹੈ। ਸਿਮਰਨ ਸਤਨਾਮ ਮੁਖ ਅੰਤਰ। ਮੁਖ ਦੁਆਰਾ ਵਾਹਿਗੁਰੂ 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 ਦਾ ਸਿਮਰਨ ਕਰਦਾ।
ਬਾਬਾ ਬਿਧੀ ਚੰਦ ਜੀ ਦੇ ਮਿਲਾਪ ਤੋਂ ਪਹਿਲਾਂ ਇਹੀ ਸੁੰਦਰ ਸ਼ਾਹ ਫਕੀਰ ਬੜਾ ਹੰਕਾਰੀ ਸੀ। ਜਦੋਂ ਬਾਬਾ ਬਿਧੀ ਚੰਦ ਸਾਹਿਬ ਦੀ ਇਹਦੇ ਤੇ ਕਿਰਪਾ ਹੋ ਗਈ, ਉਸ ਸਮੇਂ ਦਾ ਫਿਰ ਪ੍ਰਭੂ ਦੇ ਸਿਮਰਨ ਨਾਲ ਜੁੜ ਗਿਆ ਤੇ ਤਪ ਕੀਤੇ ਦਾ ਭਰਪੂਰ ਫਲ ਇਹਨੂੰ ਪ੍ਰਾਪਤ ਹੋਇਆ। ਤਾਂ ਉਸ ਸਮੇਂ ਤੋਂ ਹੀ ਸਮਾਧੀ ਲਾ ਕੇ ਮੁੱਖ ਦੁਆਰਾ ਵਾਹਿਗੁਰੂ ਵਾਹਿਗੁਰੂ ਜਪਦਾ ਹੈ। ਗੁਰੂ ਪਰਾਇਣ ਬੈਠ ਨਿਰੰਤਰ, ਸਤਿਗੁਰਾਂ ਦੇ ਆਸਰੇ ਹੋ ਕੇ ਨਿਰੰਤਰ ਇੱਕ ਰਸ ਸਮਾਧੀ ਦੇ ਵਿੱਚ ਟਿਕਿਆ ਹੋਇਆ ਹੈ। ਕਹਿਓ ਜਾਏ ਉਠੀਐ ਮਮ ਪਿਆਰ। ਅਚਾਨਕ ਬਾਬਾ ਬਿਧੀ ਚੰਦ ਜੀ ਜਾ ਪਹੁੰਚੇ, ਆਖਣ ਲੱਗੇ ਮੇਰੇ ਪਿਆਰੇ ਸਿੱਖ ਉਠਣਾ ਕਰੋ। ਚਲ ਆਇਓ ਇਤ ਹੇਤ ਤੁਹਾਰੇ। ਵੇਖੋ ਮੈਂ ਤੁਹਾਡੀ ਖਾਤਰ ਇੰਨੀ ਦੂਰੋਂ ਇੱਥੇ ਚੱਲ ਆਇਆ ਹਾਂ। ਜੋ ਤਕਰਾਰ ਤੋਹੇ ਸੰਗ ਕੀਨੋ, ਜਿਹੜਾ ਮੈਂ ਤੁਹਾਡੇ ਨਾਲ ਇਕਰਾਰ ਕੀਤਾ ਹੈ। ਪਹੁੰਚਿਓ ਆਨ ਸਮਾ ਸੋ ਚੀਨੋ। ਉਸ ਇਕਰਾਰ ਦੇ ਮੁਤਾਬਕ ਹੁਣ ਮੈਂ ਤੁਹਾਡੇ ਕੋਲ ਆਣ ਪਹੁੰਚਿਆ, ਆਪਣਾ ਅੰਤਲਾ ਸਮਾਂ ਜਾਣ ਕੇ। ਜਬੈ ਸ਼੍ਰੋਣ ਮੈਂ ਸ਼ਬਦ ਪਰਵੇਸ਼ਾ। ਜਦੋਂ ਬਾਬਾ ਬਿਧੀ ਚੰਦ ਸਾਹਿਬ ਦੇ ਕਹੇ ਹੋਏ ਬਚਨ ਕੰਨਾਂ ਦੇ ਵਿੱਚ ਪ੍ਰਵੇਸ਼ ਹੋਏ ਹਨ, ਸ਼ਬਿਓ ਹਿਰਦਾ ਜਹ ਸ਼ਾਂਤ ਵਿਸ਼ੇਸ਼ਾ। ਉਹਨਾਂ ਦਾ ਜਿਹੜਾ ਹਿਰਦਾ ਪ੍ਰਫੁੱਲਤ ਹੋ ਗਿਆ, ਜਿਸ ਹਿਰਦੇ ਵਿੱਚ ਭਾਰੀ ਸ਼ਾਂਤ ਹੈ। ਕਮਲ ਬਿਲੋਚਨ ਖੋਲ ਵੇ ਲੋਕਾ। ਸੁੰਦਰ ਸ਼ਾਹ ਫਕੀਰ ਨੇ ਆਪਣੇ ਨੇਤਰ ਖੋਲ ਕੇ ਵੇਖਿਆ ਹੈ। ਆਗੇ ਖਰੋ ਗੁਰੂ ਹੱਥ ਸ਼ੋਕਾ। ਅੱਗੇ ਬਾਬਾ ਬਿਧੀ ਚੰਦ ਸਾਹਿਬ ਜੀ ਖੜੇ ਸਨ, ਜੋ ਮਨ ਦੇ ਸ਼ੋਕ ਨੂੰ ਦੂਰ ਕਰਨ ਵਾਲੇ ਸਨ। ਪਗ ਪੰਕਜ ਪਰ ਸੀਸ ਨਿਵਾਇਓ। ਬੜੇ ਭਾਉ ਦੇ ਨਾਲ ਬਾਬਾ ਜੀ ਦੇ ਚਰਨਾਂ ਕਬਲਾਂ ਤੇ ਸੁੰਦਰ ਸ਼ਾਹ ਨੇ ਸੀਸ ਨਿਵਾਇਆ ਹੈ। ਧੂਲ ਲੀਨ ਮੁਖ ਚੱਕ ਪਰ ਲਾਇਓ। ਤੇ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੁਖ ਤੇ ਲਾਈ, ਨੇਤਰਾਂ ਤੇ ਲਾਈ ਹੈ। ਧੰਨ ਭਾਗ ਮੈਂ ਭਇਓ ਕਰਤਾਰਥਾ। ਸੁੰਦਰ ਸ਼ਾਹ ਫਕੀਰ ਕਹਿਣ ਲੱਗਾ, ਬਾਬਾ ਜੀ ਮੇਰੇ ਧੰਨ ਭਾਗ, ਅੱਜ ਤੁਸੀਂ ਆਏ ਮੈਨੂੰ ਦਰਸ਼ਨ ਦਿੱਤੇ, ਮੈਂ ਕਰਤਾਰਥ ਹੋ ਗਿਆ, ਨਿਹਾਲ ਸਫਲਾ ਹੋ ਗਿਆ ਹਾਂ। ਪਹੁੰਚ ਦੂਰ ਤੇ ਕਰਿਓ ਸਖਾਰਥ। ਇੰਨੀ ਦੂਰੋਂ ਚੱਲ ਕੇ ਇੱਥੇ ਆਪ ਪਹੁੰਚੇ, ਮੈਨੂੰ ਆਪ ਜੀ ਨੇ ਸਕਾਰਥ ਕਰ ਦਿੱਤਾ ਹੈ। ਰਹਿਓ ਪ੍ਰਤੀਖਤ ਤੁਮ ਅਗਵਨੂ। ਮੈਂ ਆਪ ਜੀ ਦਾ ਆਗਮਨ ਉਡੀਕ ਰਿਹਾ ਸੀ, ਕਦੋਂ ਆਪ ਇੱਥੇ ਪਹੁੰਚੋਗੇ। ਫਿਰਿਓ ਧਿਆਨ ਧਰ ਮੈਂ ਇੱਕ ਭਵਨ। ਆਪਣਾ ਧਿਆਨ ਹਿਰਦੇ ਦੇ ਵਿੱਚ ਧਾਰਨ ਕਰਕੇ ਇੱਕ ਰਸ ਇੱਕ ਟਿਕਾ ਦੇ ਵਿੱਚ ਆ ਕਰਕੇ ਮੈਂ ਤੁਹਾਨੂੰ ਆਰਾਧਦਾ ਸੀ, ਚੇਤੇ ਕਰਦਾ ਸੀ। ਬਚਨ ਸੰਭਾਰ ਆਪ ਹੋ ਆਏ। ਬਾਬਾ ਜੀ ਆਪ ਜੀ ਆਪਣੇ ਬਚਨਾਂ ਦੀ ਸੰਭਾਲਣਾ ਕਰਕੇ ਆਏ ਹੋ। ਜਿਹੜਾ ਇਕਰਾਰ ਮੇਰੇ ਨਾਲ ਕੀਤਾ ਸੀ, ਉਹ ਇਕਰਾਰ ਆਪ ਜੀ ਪੂਰਾ ਕਰਨ ਵਾਸਤੇ ਇੱਥੇ ਆਏ ਹੋ। ਅੰਤ ਸਮੇਂ ਨਿਜ ਸਾਥ ਮਿਲਾਏ। ਮੇਰਾ ਅੰਤਲਾ ਸਮਾਂ ਆ ਗਿਆ, ਅੰਤਲੇ ਸਮੇਂ ਤੁਸਾਂ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ। ਬੈਠਿਓ ਬਿਧੀ ਚੰਦ ਤਬ ਭਾਖਾ। ਇਹ ਬਚਨ ਸੁਣ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਬਹਿ ਗਏ ਤੇ ਸੁੰਦਰ ਸ਼ਾਹ ਫਕੀਰ ਨੂੰ ਕਹਿਣ ਲੱਗੇ ਹਨ, ਪੂਰਨ ਕੀਨ ਤਹ ਅਬ ਕਾਂਖਾ। ਬਾਬਾ ਜੀ ਕਹਿੰਦੇ, ਫਕੀਰ ਜੀ ਅਸਾਂ ਤੁਹਾਡੇ ਅੰਦਰ ਦੀ ਇੱਛਾ ਪੂਰਨ ਕਰ ਦਿੱਤੀ ਹੈ। ਭੌਤਿਕ ਤਨੂ ਅੰਤ ਇਸ ਹੇਰਾ। ਹੁਣ ਅਸਾਂ ਨੇ ਆਪਣੇ ਇਸ ਪੰਜ ਤੱਤਾਂ ਦੇ ਸਰੀਰ ਦਾ ਅੰਤ ਜਾਣਿਆ ਹੈ। ਮ੍ਰਿਤੂ ਸਮਾ ਮੇਰਾ ਅਰ ਤੇਰਾ। ਸਾਡੇ ਇਸ ਸਰੀਰ ਦਾ ਜਿਹੜਾ ਮ੍ਰਿਤੂ ਦਾ ਸਮਾਂ, ਉਹ ਮੇਰਾ ਸਮਾਂ ਅਰ ਤੁਹਾਡੀ ਦੇਹੀ ਦਾ ਜਿਹੜਾ ਅੰਤਲਾ ਸਮਾਂ ਹੈ। ਇਸ ਹੇਤ ਮੈਂ ਤੁਰਨ ਆਵੈ। ਇਹ ਸਰੀਰਾਂ ਦਾ ਹੁਣ ਅੰਤਮ ਸਮਾਂ ਆ ਚੁੱਕਾ ਹੈ, ਇਸ ਵਾਸਤੇ ਮੈਂ ਇੱਥੇ ਆਣ ਪਹੁੰਚਿਆ ਹਾਂ। ਚਾਹਤ ਤੋ ਕੋ ਸੰਗਰ ਲਾਵਾ। ਮੈਂ ਆਪ ਤਾਂ ਗੁਰਪੁਰੀ ਜਾ ਰਿਹਾ ਸੀ ਤੇ ਤੁਹਾਨੂੰ ਵੀ ਆਪਣੇ ਨਾਲ ਗੁਰਪੁਰੀ ਲੈ ਕੇ ਜਾਣਾ ਚਾਹੁੰਦਾ, ਆਪਣੇ ਨਾਲ ਰਲਾਣਾ ਚਾਹੁੰਦਾ ਹਾਂ। ਸ੍ਰੀ ਨਾਨਕ ਕੋ ਲੈ ਕਰ ਨਾਮੂ। ਇਸ ਕਰਕੇ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਨਾਮ ਰਸਨਾ ਨਾਲ ਜਪੋ। ਹਿਰਦੈ ਤਰੋ ਮੂਰਤ ਅਬਰਾਮੂ। ਔਰ ਸਤਿਗੁਰਾਂ ਦੀ ਸੁੰਦਰ ਮੂਰਤ ਨੂੰ, ਸੁੰਦਰ ਸਰੂਪ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ। ਤਨ ਕੋ ਤਿਆਗੋ ਹੋ ਚਲੋ ਸੁਖੈਨ। ਇਸ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਸੁਖੈਨੀ ਸੱਚਖੰਡ ਨੂੰ ਚਲੀਏ। ਪਹੁੰਚੋ ਸਾਦਰ ਸਤਿਗੁਰ ਐਨ। ਸਤਿਗੁਰਾਂ ਦਾ ਜਿਹੜਾ ਪਾਵਨ ਘਰ ਹੈ, ਜਿਸ ਘਰ ਦੇ ਵਿੱਚ ਸਰਬ ਸੁਖ ਸਰਬ ਆਨੰਦ ਹਨ,
ਉਸ ਘਰ ਦੇ ਵਿੱਚ ਸਤਕਾਰ ਦੇ ਨਾਲ ਪਹੁੰਚਣਾ ਕਰੀਏ। ਏਕ ਜਾਮ ਅਬ ਬੈਸ ਹਮਾਰੀ। ਹੁਣ ਸਾਡੀ ਜਿਹੜੀ ਉਮਰ ਹੈ ਕਰੀਬਨ ਇੱਕ ਪਹਿਰ ਦੀ ਰਹਿ ਗਈ। ਇੱਕ ਪਹਿਰ ਤੋਂ ਮੁਰਾਦ ਹੈ ਵੀ 3 ਕੁ ਘੰਟੇ ਦੀ ਸਾਡੀ ਉਮਰ ਰਹਿ ਗਈ ਹੈ। ਤੈਸੇ ਜਾਨੋ ਰਹੀ ਤੁਮਾਰੀ। ਤੇ ਜਿੰਨੀ ਕੁ ਮੇਰੀ ਉਮਰ ਹੈ ਇੱਕ ਪਹਿਰ ਦੀ, ਇੰਨੀ ਕੁ ਤੁਹਾਡੀ ਉਮਰ ਰਹਿ ਗਈ ਹੈ। ਉਠੋ ਇਸ਼ਨਾਨ ਠਾਨ ਕੁਛ ਡਸੋ। ਹੁਣ ਉਠੋ, ਉੱਠ ਕੇ ਇਸ਼ਨਾਨ ਕਰੋ ਤੇ ਧਰਤੀ ਉੱਪਰ ਕੁਝ ਵਿਛਾ ਲਵੋ। ਬਿਨਾ ਤਰਾਸ ਗੁਰ ਆਸ ਹੁਲਾਸੋ। ਤੇ ਬਿਨਾਂ ਕਿਸੇ ਭੈ ਤੋਂ, ਬਿਨਾਂ ਕਿਸੇ ਡਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਸ ਹਿਰਦੇ ਵਿੱਚ ਰੱਖ ਕੇ ਆਨੰਦ ਨੂੰ ਮਾਣੋ। ਸੁਨ ਆਨੰਦ ਕਰ ਮੁੰਦਰ ਸ਼ਾਹੂ। ਇਹ ਬਚਨ ਸੁਣ ਕਰਕੇ ਸੁੰਦਰ ਸ਼ਾਹ ਫਕੀਰ ਬੜਾ ਆਨੰਦਿਤ ਹੋਇਆ ਹੈ। ਚੌਂਪ ਚੱਲ ਬੇਗ ਕਰ ਪਾਹੂ। ਹਿਰਦੇ ਦੇ ਵਿੱਚ ਕਹਿੰਦੇ ਬੜੀ ਚੌਂਪ ਵੱਧ ਗਈ ਹੈ ਤੇ ਬੜੀ ਛੇਤੀ ਦੇ ਨਾਲ ਚੱਲ ਕੇ ਗਏ ਹਨ। ਊਠ ਦੋਨੇ ਤਬ ਨਿਰਮਲ ਪਾਨੀ। ਦੋਨੇ ਸਿੱਖਾਂ ਨੇ ਉੱਠ ਕਰਕੇ ਨਿਰਮਲ ਜਲ ਵਿੱਚ ਇਸ਼ਨਾਨ ਕੀਤਾ ਹੈ। ਕਰ ਇਸ਼ਨਾਨ ਪਵਨਤਾ ਠਾਨੀ। ਇਸ਼ਨਾਨ ਕਰਕੇ ਆਪਣਾ ਪੰਜ ਭੂਤਕ ਸਰੀਰ ਜਿਹੜਾ ਉਹਨੂੰ ਪਵਿੱਤਰ ਕਰ ਲਿਆ ਹੈ। ਕੁਸ਼ ਕੇ ਆਸਤਰਨ ਜੁਗ ਕੀਨੇ। ਸੁੰਦਰ ਸ਼ਾਹ ਫਕੀਰ ਨੇ ਧਰਤੀ ਦੇ ਉੱਪਰ ਕੁਸ਼ਾ ਦੇ ਦੱਬ ਦੇ 2 ਆਸਣ ਬਣਾ ਲਏ ਹਨ। ਕੁਸ਼ਕ ਫਰਕ ਸੋਦੋਨ ਅਸੀਨੇ। ਤੇ ਕੁਝ ਕੁ ਫਰਕ ਪਾ ਕੇ ਇੱਕ ਪਾਸੇ ਬਾਬਾ ਵਿਧੀ ਚੰਦ ਜੀ ਤੇ ਦੂਜੇ ਪਾਸੇ ਸੁੰਦਰ ਸ਼ਾਹ ਫਕੀਰ ਲੰਮਾ ਪੈ ਗਿਆ ਹੈ। ਸ਼੍ਰੀ ਹਰਿ ਗੋਬਿੰਦ ਸੋ ਜਸ ਉਚਾਰਾ। ਸਰੀਰ ਤਿਆਗਣ ਤੋਂ ਪਹਿਲਾਂ ਦੋਹਾਂ ਜਾਣਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਸ ਉਚਾਰਿਆ ਹੈ। ਨਜ ਦਾਸਨ ਪਰ ਦਿਆਲ ਉਧਾਰਾ। ਅਰਦਾਸ ਕਰਦੇ ਨੇ ਗਰੀਬ ਨਵਾਜ ਜੀਓ, ਤੁਸੀਂ ਆਪਣੇ ਸੇਵਕਾਂ ਤੇ ਆਪਣੇ ਦਾਸਾਂ ਦੇ ਉੱਪਰ ਸਦਾ ਦਿਆਲੂ ਰਹਿੰਦੇ ਹੋ। ਲੋਕ ਪਰਲੋਕ ਸਹਾਇਕ ਪਾਰੇ। ਲੋਕ ਅਰ ਪਰਲੋਕ ਦੇ ਵਿੱਚ ਆਪਣੇ ਸੇਵਕਾਂ ਦੀ ਸਹਾਇਤਾ ਕਰਦੇ ਹੋ। ਸੇਵਕ ਆਪਨ ਹਜ਼ਾਰੋ ਤਾਰੇ। ਆਪ ਜੀ ਨੇ ਦਇਆ ਕਰਕੇ ਆਪਣੇ ਹਜ਼ਾਰਾਂ ਹੀ ਸੇਵਕਾਂ ਦਾ ਭਵ ਸਾਗਰ ਤੋਂ ਪਾਰ ਉਤਾਰਾ ਕਰ ਦਿੱਤਾ ਹੈ। ਬਚਨ ਬਿਲਾਸ ਏਵ ਕੁਛ ਕਰੇ। ਇਸ ਤਰ੍ਹਾਂ ਦੋਨੇ ਸਿੱਖ ਆਪਸ ਵਿੱਚ ਬਚਨ ਬਿਲਾਸ ਕਰਦੇ ਹਨ। ਪਨ ਦ੍ਰਿਗ ਮੁਦਿਆਤਨ ਕੋ ਧਰੇ। ਇਸ ਤਰ੍ਹਾਂ ਆਪਣਾ ਅੰਤਮ ਸਮਾਂ ਜਾਣ ਕੇ ਫਿਰ ਦੋਹਾਂ ਸਿੱਖਾਂ ਨੇ ਆਪਣੇ ਨੇਤਰ ਬੰਦ ਕਰ ਲਏ ਹਨ। ਨਿਜ ਨਿਜ ਬਦਨ ਸ਼ਾਦ ਪੁਨ ਲੀਨੇ। ਸਤਿਗੁਰਾਂ ਦਾ ਧਿਆਨ ਧਾਰਨ ਕਰਕੇ ਆਪਣਾ ਜਿਹੜਾ ਚਿਹਰਾ ਹੈ ਉਹ ਬਸਤਰ ਦੇ ਨਾਲ ਢੱਕ ਲਿਆ ਹੈ। ਆਸ ਧਰਨ ਪਰ ਪੌੜਨ ਕੀਨੇ। ਇਸ ਤਰ੍ਹਾਂ ਜਿਹੜਾ ਵਿਛੋਣਾ ਦੱਬ ਦਾ ਵਿਛਾਇਆ ਉਹਦੇ ਉੱਪਰ ਲੰਮਾ ਪੈ ਗਏ ਹਨ। ਤਜ ਸੁਖੈਨ ਪ੍ਰਾਨ ਪੁਨ ਦਾਨ। ਇਸ ਤਰ੍ਹਾਂ ਦੋਨਾਂ ਸਿੱਖਾਂ ਨੇ ਫਿਰ ਆਪਣਾ ਪੰਜ ਭੂਤਕ ਸਰੀਰ ਸੁਖੈਨ ਹੀ ਤਿਆਗ ਦਿੱਤਾ ਹੈ। ਜੈਸੇ ਗਲ ਦੇ ਵਿੱਚ ਪਾਈ ਹੋਈ ਮਾਲਾ ਨੂੰ ਹਾਥੀ ਝਟ ਤੋੜ ਦਿੰਦਾ ਹੈ, ਤੈਸੇ ਹੀ ਬਾਬਾ ਵਿਧੀ ਚੰਦ ਸਾਹਿਬ ਤੇ ਸੁੰਦਰ ਸ਼ਾਹ ਫਕੀਰ ਉਹਨਾਂ ਨੇ ਝਾਟੀ ਆਪਣਾ ਪੰਜ ਭੂਤਕ ਸਰੀਰ ਜਿਹੜਾ ਉਹ ਤਿਆਗ ਦਿੱਤਾ ਹੈ। ਮੰਗਲ ਪਇਓ ਦੇਵ ਤਨ ਪਾਉਨ। ਇਧਰ ਦੋਹਾਂ ਪਿਆਰਿਆਂ ਨੇ ਸਰੀਰ ਤਿਆਗਿਆ, ਉਧਰ ਦੇਵਤਿਆਂ ਦੇ ਵਿੱਚ ਭਾਰੀ ਮੰਗਲ ਹੋਣ ਲੱਗਾ। ਉਹਨਾਂ ਸਿੱਖਾਂ ਦੀ ਜੈ ਜੈਕਾਰ ਕਰਨ ਲੱਗੇ ਹਨ। ਇਤ ਆਦਰ ਕੇ ਆਗੇ ਆਏ। ਆਦਰ ਸਤਕਾਰ ਕਰਨ ਵਾਸਤੇ ਅੱਗੇ ਚੱਲ ਕੇ ਆਏ ਹਨ। ਦੋਨੋਂ ਲੀਨ ਬਿਮਾਨ ਚੜਾਏ। ਦੋਹਾਂ ਸਿੱਖਾਂ ਨੂੰ ਸੁੰਦਰ ਬਿਮਾਨਾਂ ਦੇ ਉੱਪਰ ਚੜਾ ਲਿਆ ਹੈ। ਜੈ ਜੈ ਸ਼ਬਦ ਉਚਾਰਤ ਪਏ। ਜਾਂਦਿਆਂ ਜੈ ਜੈਕਾਰ ਉਚਾਰਨ ਕਰਦੇ ਨੇ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਮਨ ਤਨ ਵਿੱਚ ਪ੍ਰਭੂ ਦਾ ਨਾਮ ਵਸ ਜਾਏ, ਸਾਰਾ ਸੰਸਾਰ ਉਹਨਾਂ ਦੀ ਜੈ ਜੈਕਾਰ ਕਰਦਾ। ਦੇਵ ਲੋਕ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਸਤਿਗੁਰ ਪੁਰਖ ਤਤ ਛਿਨ ਗਏ। ਤਤ ਛੇਨੀ ਸਰੀਰ ਤਿਆਗ ਕੇ ਮਹਾਰਾਜ ਜੀ ਦੀ ਪੁਰੀ ਸੱਚਖੰਡ ਚਲੇ ਗਏ ਹਨ। ਤਪਤ ਸਵਰਨ ਸਮਤਨ ਕੋ ਬਰਨ। ਕਵੀ ਜੀ ਕਹਿੰਦੇ ਜਿਵੇਂ ਤਪਾਇਆ ਹੋਇਆ ਸੋਨਾ ਹੁੰਦਾ ਹੈ, ਜਦੋਂ ਸੋਨੇ ਨੂੰ ਤਪਾਉਂਦੇ ਤੇ ਵਿੱਚੋਂ ਖੋਟ ਨਿਕਲ ਜਾਂਦੀ, ਬਿਲਕੁਲ ਪਿਓਰ ਸੋਨਾ ਹੁੰਦਾ ਹੈ। ਤੇ ਸਰੀਰ ਤਿਆਗਣ ਤੋਂ ਬਾਅਦ ਇਹਨਾਂ ਦੋਹਾਂ ਜਾਣਿਆਂ ਦਾ ਜਿਹੜਾ ਸਰੀਰ ਹੈ ਤਪਾਏ ਹੋਏ ਸੋਨੇ ਵਰਗਾ ਸ਼ੋਭਦਾ ਹੈ। ਦਿਵ ਬਸਨ ਧਾਰੇ ਆ ਪਰਨ। ਕਵੀ ਜੀ ਕਹਿੰਦੇ ਰੂਹਾਨੀ ਬਸਤਰ ਤੇ ਗਹਿਣੇ ਉਹਨਾਂ ਨੇ ਧਾਰਨ ਕੀਤੇ ਨੇ। ਰੂਹਾਨੀ ਸ਼ਬਦ ਤਾਂ ਵਰਤਿਆ ਕਿਉਂਕਿ ਪੰਜ ਭੂਤਕ ਸਰੀਰ ਤੇ ਕੱਪੜੇ ਪਾਏ ਜਾਂਦੇ ਨੇ ਤੇ ਗਹਿਣੇ ਪਾਏ ਜਾਂਦੇ। ਸਰੀਰ ਵੀ ਸਥੂਲ ਹੈ, ਕੱਪੜੇ ਵੀ ਸਥੂਲ ਨੇ, ਪਰ ਜਦੋਂ ਸਰੀਰ ਵਿੱਚੋਂ ਜੀਵਾਤਮਾ ਚਲੀ ਜਾਂਦੀ ਹੈ ਤਾਂ ਜੀਵਾਤਮਾ ਸੂਖਸ਼ਮ ਹੈ।
ਇਸ ਕਰਕੇ ਕਵੀ ਜੀ ਕਹਿੰਦੇ ਵੀ ਉਹ ਜਿਹੜੇ ਸਰੀਰ ਦੇ ਉੱਪਰ ਬਸਤਰ ਵੀ ਪਹਿਨੇ ਨਾ ਉਹ ਵੀ ਰੂਹਾਨੀ ਨੇ ਤੇ ਪਾਏ ਹੋਏ ਗਹਿਣੇ ਵੀ ਸੂਖਸ਼ਮ ਰੂਹਾਨੀ ਹਨ। ਜਾਏ ਗੁਰੂਪੁਰ ਸਥਿਤ ਪਏ। ਸ਼ੋਭਾ ਦੇ ਸਹਿਤ ਬਾਬਾ ਬਿਧੀ ਚੰਦ ਸਾਹਿਬ ਜੀ ਜਾ ਕੇ ਗੁਰੂ ਕੀ ਪੁਰੀ ਦੇ ਵਿੱਚ ਬਿਰਾਜ ਗਏ ਹਨ। ਬੰਧਨ ਆਦ ਜਥੋਚਿਤ ਕੀਏ। ਉਥੇ ਬੈਠੇ ਹੋਏ ਭਗਤਾਂ ਨੇ ਵੀ ਜਥੋਚਿਤ ਆਪਸ ਦੇ ਵਿੱਚ ਇੱਕ ਦੂਜਿਆਂ ਨੂੰ ਨਮਸਕਾਰਾਂ ਕੀਤੀਆਂ ਹਨ। ਇਸ ਪ੍ਰਕਾਰ ਗੁਰ ਕੋ ਸਿੱਖ ਭਾਰੀ। ਇਸ ਪ੍ਰਕਾਰ ਬਾਬਾ ਬਿਧੀ ਚੰਦ ਸਾਹਿਬ ਜੀ ਸਤਿਗੁਰਾਂ ਦੇ ਘਰ ਦੇ ਬੜੇ ਭਾਰੀ ਸਿੱਖ ਸਨ। ਕਾਇਆ ਤਿਆਗਨ ਕੀਨ ਸੁਖਾਰੀ। ਅੰਤ ਕਾਲ ਉਹਨਾਂ ਨੇ ਸੁਖਾਲੀ ਆਪਣੀ ਕਾਇਆ ਆਪਣਾ ਸਰੀਰ ਤਿਆਗ ਦਿੱਤਾ ਹੈ। ਦਿਓ ਗ੍ਰਾਮ ਤੇ ਤਬ ਨਰ ਆਏ। ਸਾਧ ਸੰਗਤ ਜੀ ਜਿਹੜਾ ਦਿਓ ਨਗਰ ਸੀ ਉਹਦੇ ਵਿੱਚੋਂ ਲੋਕ ਚੱਲ ਕੇ ਆਏ ਸਨ, ਕਿਉਂਕਿ ਬਾਬਾ ਜੀ ਇੱਕ ਵਾਰੀ ਪਹਿਲਾਂ ਇੱਥੇ ਆ ਚੁੱਕੇ ਸਨ। ਸੁੰਦਰ ਸ਼ਾਹ ਫਕੀਰ ਵੀ ਇੱਥੇ ਰਹਿੰਦਾ ਸੀ, ਬੜੇ ਸ਼ਰਧਾਲੂ ਸਨ ਉੱਥੋਂ ਦੇ ਲੋਕ। ਉਹਨਾਂ ਨੂੰ ਜਦੋਂ ਬਾਬਾ ਬਿਧੀ ਚੰਦ ਸਾਹਿਬ ਜੀ ਬਾਰੇ ਪਤਾ ਲੱਗਿਆ ਤੇ ਦਰਸ਼ਨ ਕਰਨ ਵਾਸਤੇ ਉਹ ਚੱਲ ਕੇ ਆਏ ਹਨ। ਦੋਨੋਂ ਬਿਨਾ ਪ੍ਰਾਨ ਦਰਸਾਏ। ਉਹਨਾਂ ਨੇ ਆ ਕੇ ਵੇਖਿਆ ਵੀ ਦੋਨੇ ਹੀ ਜਿਹੜੇ ਸਿੱਖ ਸਨ ਉਹ ਪ੍ਰਾਣ ਤੋਂ ਬਿਨਾ ਹਨ, ਉਹਨਾਂ ਦੇ ਸਰੀਰ ਵਿੱਚ ਸਵਾਸ ਨਹੀਂ ਚੱਲਦੇ। ਦਫਨ ਕਰਿਓ ਤਿਨ ਸੁੰਦਰ ਸ਼ਾਹੂ। ਇਸ ਤਰ੍ਹਾਂ ਸੁੰਦਰ ਸ਼ਾਹ ਫਕੀਰ ਨੂੰ ਨਗਰ ਨਿਵਾਸੀਆਂ ਨੇ ਉੱਥੇ ਦਫਨ ਕੀਤਾ ਹੈ। ਪੂਜਨ ਹੇਤ ਥਾਨ ਕਰਤਾ ਹੂੰ। ਤੇ ਪੂਜਾ ਕਰਨ ਵਾਸਤੇ ਉਹਨਾਂ ਦਾ ਉੱਥੇ ਅਸਥਾਨ ਬਣਾ ਦਿੱਤਾ ਹੈ। ਤੈਸੇ ਬਿਧੀ ਚੰਦ ਕੋ ਦਾਹ। ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਸਰੀਰ ਦਾ ਦਾਹ ਸੰਸਕਾਰ ਕੀਤਾ ਹੈ। ਅਬ ਲੋ ਮਨ ਹੈ ਬਾਂਛਤ ਪਾਹ। ਉਸ ਜਗ੍ਹਾ ਤੇ ਸਮਾਧ ਉਹਨਾਂ ਨੇ ਬਣਾ ਦਿੱਤੀ ਹੈ ਤੇ ਅਜੇ ਤਾਈਂ ਲੋਕ ਉਹਨਾਂ ਦੇ ਪਾਵਨ ਸਥਾਨ ਨੂੰ ਮੰਨਦੇ ਨੇ, ਮਨ ਬਾਂਛਤ ਫਲਾਂ ਦੀ ਪ੍ਰਾਪਤੀ ਕਰਦੇ ਨੇ। ਇੱਕ ਸਮਾਧ ਜਿਹੜੀ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਦਿਓ ਨਗਰ ਵਿੱਚ ਹੈ, ਔਰ ਇੱਕ ਉਹਨਾਂ ਦਾ ਸਥਾਨ ਜਿਹੜਾ ਹੈ ਉਹ ਸੁਰ ਸਿੰਘ ਪਿੰਡ ਦੇ ਵਿੱਚ ਸੁਣੀਂਦਾ। ਸੁਰ ਸਿੰਘ ਪਿੰਡ ਜਿਹੜਾ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਪਿੰਡ, ਉੱਥੇ ਉਹਨਾਂ ਦਾ ਸਥਾਨ ਸੁਣੀਂਦਾ ਹੈ। ਔਰ ਸੁਰ ਸਿੰਘ ਦੇ ਵਿੱਚ ਹੀ ਮਹਾਂਪੁਰਖ ਰਹਿੰਦੇ ਨੇ। ਪਹਿਲਾਂ ਮਹਾਂਪੁਰਖ ਸੰਤ ਬਾਬਾ ਦਇਆ ਸਿੰਘ ਜੀ, ਸੰਤ ਬਾਬਾ ਸੋਹਣ ਸਿੰਘ ਜੀ, ਹੁਣ ਜੋ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਨਾਂ ਤੇ ਦਲ ਪੰਥ ਚੱਲਦਾ ਹੈ, ਉਸ ਦਲ ਪੰਥ ਦੇ ਜਿਹੜੇ ਮੁੱਖ ਹਨ ਜਥੇਦਾਰ ਮਹਾਂਪੁਰਖ, ਬੜੀ ਭਿੱਜੀ ਹੋਈ ਰੂਹ ਹੈ ਸੰਤ ਬਾਬਾ ਅਵਤਾਰ ਸਿੰਘ ਜੀ, ਜੋ ਉਹਨਾਂ ਦੇ ਅਸਥਾਨ ਦੀ ਸੇਵਾ ਵੀ ਸੰਭਾਲਦੇ ਨੇ। ਦਲ ਪੰਥ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੈ, ਸਿੱਖੀ ਦਾ ਪ੍ਰਚਾਰ ਵੀ ਕਰਦੇ ਨੇ। ਔਰ ਬੜੇ ਹੀ ਪਿਆਰ ਵਾਲੇ ਉਹ ਮਹਾਂਪੁਰਖ ਨੇ ਸੰਤ ਬਾਬਾ ਅਵਤਾਰ ਸਿੰਘ ਜੀ। ਉੱਚੀ ਉਹਨਾਂ ਦੀ ਭਾਰੀ ਅਵਸਥਾ ਹੈ। ਤੋ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਉਹ ਪਰਿਵਾਰ ਹੈ। ਅੱਜ ਵੀ ਉਹਨਾਂ ਦੀ ਪ੍ਰੀਤ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਉੱਦਾਂ ਹੀ ਨਿਭਦੀ ਹੈ ਜੈਸੀ ਪ੍ਰੀਤ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਸਤਿਗੁਰਾਂ ਦੇ ਚਰਨਾਂ ਨਾਲ ਨਿਭੀ ਹੈ। ਦੋਹਰਾ ਸ਼੍ਰੀ ਹਰਗੋਬਿੰਦ ਚੰਦ ਜੀ ਬਿਰਹਿ ਬਿਧੀ ਚੰਦ ਪਾਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਬਿਧੀ ਚੰਦ ਸਾਹਿਬ ਦੇ ਜਾਣ ਤੋਂ ਬਾਅਦ ਕਹਿੰਦੇ ਉਦਾਸ ਹੋ ਗਏ। ਹਿਰਦੇ ਦੇ ਵਿੱਚ ਬੜਾ ਭਾਰੀ ਬਿਰਹਾ ਹੈ, ਕਿਉਂਕਿ ਉਹਨਾਂ ਨਾਲ ਪ੍ਰੇਮ ਬੜਾ ਸੀ, ਮਹਾਰਾਜ ਦਾ ਪਿਆਰ ਬੜਾ ਸੀ। ਭਾਵੇਂ ਇਹ ਬਚਨ ਆਖਿਆ ਵੀ ਤੁਸੀਂ ਇੱਕ ਰੂਪ ਹੋ ਗਏ ਹੋ, ਪਰ ਸਰੀਰ ਕਰਕੇ ਤਾਂ ਵਿਛੜੇ ਸਨ, ਆਤਮਾ ਕਰਕੇ ਤਾਂ ਇੱਕਮਿਕ ਹੋ ਗਏ, ਅਭੇਦ ਹੋ ਗਏ ਨੇ। ਪਰ ਸਰੀਰ ਦੇ ਵਿਛੜਨੇ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬਹੁ ਉਦਾਸ ਉਰ ਮੈਂ ਰਹੈ ਭੇਵ ਨ ਕਛੂ ਜਨਾਏ। ਕਹਿੰਦੇ ਪਾਤਸ਼ਾਹ ਹਿਰਦੇ ਵਿੱਚ ਬੜਾ ਉਦਾਸ ਰਹਿੰਦੇ ਨੇ, ਪਰ ਅੰਦਰ ਦਾ ਭੇਦ ਨਹੀਂ ਕਿਸੇ ਨੂੰ ਜਣਾਉਂਦੇ। ਬਾਹਰ ਦੀ ਕਿਰਿਆ ਉਸੇ ਤਰ੍ਹਾਂ ਹੀ ਮਹਾਰਾਜ ਜੀ ਦੀ ਚੱਲਦੀ ਹੈ, ਪਰ ਬਾਬਾ ਬਿਧੀ ਚੰਦ ਜੀ ਨੂੰ ਮਹਾਰਾਜ ਬੜਾ ਚੇਤੇ ਕਰਦੇ ਹਨ। ਚੌਪਈ ਲਾਲ ਚੰਦ ਕੋ ਰਾਖੇ ਪਾਸਾ। ਬਿਧੀ ਚੰਦ ਜੀ ਦੇ ਸੁਪੁੱਤਰ ਬਾਬਾ ਲਾਲ ਚੰਦ ਨੂੰ ਸਾਹਿਬ ਜੀ ਆਪਣੇ ਪਾਸ ਰੱਖਦੇ ਹਨ। ਬਹੁ ਭਾਂਤਨ ਤੇ ਦੇਤ ਦਿਲਾਸਾ। ਅਨੇਕਾਂ ਪ੍ਰਕਾਰਾਂ ਤਰ੍ਹਾਂ ਲਾਲ ਚੰਦ ਨੂੰ ਦਿਲਾਸਾ ਦਿੰਦੇ, ਧੀਰਜ ਦਿੰਦੇ ਹਨ। ਬਿਧੀ ਚੰਦ ਪਾਛੇ ਦਸਤਾਰ। ਬਾਬਾ ਬਿਧੀ ਚੰਦ ਜੀ ਦੇ ਜਾਣ ਪਿੱਛੋਂ ਜਿਹੜੀ ਦਸਤਾਰ ਬੰਦੀ ਹੈ, ਬੰਦਵਾਈ ਮ੍ਰਿਦ ਬਾਕ ਉਚਾਰ। ਬੜੇ ਕੋਮਲ ਮਿੱਠੇ ਬਚਨ ਕਹਿ ਕੇ ਮਹਾਰਾਜ ਨੇ ਉਹ ਦਸਤਾਰ ਲਾਲ ਚੰਦ ਜੀ ਦੇ ਸੀਸ ਤੇ ਬਣਵਾਈ ਹੈ। ਤਿਸ ਬਿਧਹੀ ਦੀਨਸ ਵਡਿਆਈ। ਜਿਵੇਂ ਬਾਬਾ ਬਿਧੀ ਚੰਦ ਜੀ ਨੂੰ ਮਹਾਰਾਜ ਨੇ ਵਡਿਆਈਆਂ ਦਿੱਤੀਆਂ,
ਉਸੇ ਤਰ੍ਹਾਂ ਉਹਨਾਂ ਦੇ ਪੁੱਤਰ ਨੂੰ ਵੀ ਮਹਾਰਾਜ ਨੇ ਬੜੀ ਵਡਿਆਈ ਬਖਸ਼ੀ ਹੈ। ਲੈ ਹਰਖਿਓ ਗੁਰ ਸੇਵਕ ਮਾਈ। ਸਤਿਗੁਰਾਂ ਕੋਲੋਂ ਵਡਿਆਈ ਲੈ ਕੇ ਬਾਬਾ ਲਾਲ ਚੰਦ ਜੀ ਬੜੇ ਖੁਸ਼ ਹੋਏ ਤੇ ਉਹਨਾਂ ਨੇ ਵੀ ਆਪਣੇ ਪਿਤਾ ਨੇ ਆਈ ਮਹਾਰਾਜ ਦੀ ਸੇਵ ਕਮਾਈ ਹੈ। ਕਰਨਕਾਰ ਪ੍ਰਤਿ ਸਹੀ ਲਾਇਓ। ਜਿਸ ਕਾਰਜ ਨੂੰ ਕਰਨ ਤੇ ਬਾਬਾ ਬਿਧੀ ਚੰਦ ਜੀ ਦੀ ਡਿਊਟੀ ਲਾਈ ਸੀ ਉਸੇ ਤਰ੍ਹਾਂ ਮਹਾਰਾਜ ਨੇ ਭਾਈ ਲਾਲ ਚੰਦ ਨੂੰ ਵੀ ਉਹੀ ਕਾਰਜ ਕਰਨ ਦੀ ਡਿਊਟੀ ਸੌਂਪ ਦਿੱਤੀ ਹੈ। ਬੜੇ ਮਸੰਦਨ ਸੰਗ ਮਿਲਾਇਓ। ਬਿਧੀ ਚੰਦ ਸਾਹਿਬ ਜੀ ਵੱਡੇ ਮਸੰਦਾਂ ਦੇ ਨਾਲ ਮਿਲ ਕੇ ਉਹਨਾਂ ਕੋਲੋਂ ਮਾਇਆ ਲੈਣੀ, ਉਹਨਾਂ ਦਾ ਸਤਿਕਾਰ ਕਰਨਾ, ਸਿਰਪਾਓ ਦੇਣੇ, ਗੁਰੂ ਘਰ ਦੀ ਆਮਦਨ ਖਰਚ ਸਾਰਾ ਕੁਝ ਸੰਭਾਲਣਾ, ਲੰਗਰ ਦੀ ਸੇਵਾ ਸੰਭਾਲਣੀ, ਹੋਰ ਕਾਰ ਵਿਹਾਰ ਕਰਨੇ, ਇਹ ਸਾਰੀ ਸੇਵਾ ਭਾਈ ਲਾਲ ਚੰਦ ਸਾਹਿਬ ਨੂੰ ਮਹਾਰਾਜ ਨੇ ਦੇ ਦਿੱਤੀ ਹੈ। ਏਕ ਦਿਵਸ ਸ੍ਰੀ ਹਰਗੋਬਿੰਦ। ਇੱਕ ਦਿਨ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਪਹੁੰਚ ਉਪਵਨ ਭਿਖਨ ਬੇਲੰਦ। ਸਤਿਗੁਰਾਂ ਦੇ ਹਿਰਦੇ ਵਿੱਚ ਬਾਗ ਨੂੰ ਵੇਖਣ ਦੀ ਬੜੀ ਲਾਲਸਾ ਪੈਦਾ ਹੋਈ ਤੇ ਪਾਤਸ਼ਾਹ ਚੱਲ ਕੇ ਬਾਗ ਪਹੁੰਚੇ ਹਨ। ਖਰੇ ਜਹਾਂ ਬਹੁਤਰ ਵਰ ਜਾਤੀ। ਜਿਸ ਬਾਗ ਦੇ ਵਿੱਚ ਅਨੇਕਾਂ ਜਾਤਾਂ ਦੇ ਦਰਖਤ ਖੜੇ ਹੋਏ ਹਨ। ਚੰਪਕ ਰਾਏ ਬੇਲ ਬਹੁ ਭਾਂਤੀ। ਜਿੱਥੇ ਚੰਪਕ ਤੇ ਰਾਏ ਬੇਲ ਬਹੁ ਭਾਂਤੀਆਂ ਦੇ ਐਸੇ ਸੁੰਦਰ ਫੁੱਲ ਤੇ ਵੇਲਾਂ ਆਦਿਕ ਖੜੀਆਂ ਹਨ। ਆਰੂ ਅਮਰੂਦ ਤਰ ਅੰਬ। ਫਲਾਂ ਦੇ ਵੀ ਦਰਖਤ ਖੜੇ ਨੇ, ਆੜੂ, ਫਿਰ ਇਸੇ ਤਰ੍ਹਾਂ ਅਮਰੂਦ ਤੇ ਅੰਬ ਆਦਿਕ ਦੇ ਦਰਖਤ ਹਨ। ਨਿੰਬੂ ਕਦਲੀ ਖਰੇ ਕਤੰਬ। ਨਿੰਬੂ ਦੇ ਉੱਥੇ ਦਰਖਤ ਸ਼ੋਭਦੇ ਨੇ। ਇਸੇ ਪ੍ਰਕਾਰ ਜਿਹੜੇ ਕੇਲੇ ਦੇ ਬ੍ਰਿਸ਼ ਹਨ ਤੇ ਕਦੰਬ ਇੱਕ ਪ੍ਰਕਾਰ ਦਾ ਬ੍ਰਿਸ਼ ਹੈ ਜਿਹਨੂੰ ਗੋਲ ਗੋਲ ਖੇਨੂ ਵਰਗੇ ਫੁੱਲ ਪੈਂਦੇ ਨੇ, ਉਹ ਦਰਖਤ ਸ਼ੋਭਾ ਪਾਉਂਦਾ ਹੈ। ਧਾਰਮ ਸੇਉ ਫਾਰਸੇ ਖਰਨੀ। ਇਸੇ ਤਰ੍ਹਾਂ ਅਨਾਰ ਤੇ ਫਾਲਸਾ ਉੱਥੇ ਸ਼ੋਭਾ ਪਾਉਂਦਾ। ਖਿਰਨੀ ਦੇ ਦਰਖਤ ਹਨ, ਜਿਵੇਂ ਨਿਮੋਲੀ ਜੀ ਹੁੰਦੀ ਆ ਉਹਦੀ ਸ਼ਕਲ ਦਾ ਇੱਕ ਮਿੱਠਾ ਜਿਹਾ ਫਲ ਹੁੰਦਾ ਹੈ। ਫੂਲਨ ਡਾਰੀ ਬਹੁ ਬਿਦ ਬਰਨੀ। ਦਰਖਤਾਂ ਦੇ ਨਾਲ ਨਾਲ ਉੱਥੇ ਫਿਰ ਫੁੱਲਾਂ ਦੀਆਂ ਵੀ ਕਿਆਰੀਆਂ ਨੇ ਜਿਨ੍ਹਾਂ ਦੀਆਂ ਟਾਹਣੀਆਂ ਨੂੰ ਭਾਂਤ ਭਾਂਤ ਦੇ ਫੁੱਲ ਲੱਗੇ ਹਨ। ਕਠਲ ਬਠਲ ਨੌਰੰਗੀ ਸੁੰਦਰ। ਇਸੇ ਪ੍ਰਕਾਰ ਕਹਿੰਦੇ ਜਿਹੜੇ ਕਟਹਰ ਜਿਹਨੂੰ ਕਠਲ ਆਪਾਂ ਕਹਿੰਦੇ ਆ ਤੇ ਢੇਊ ਆਦਿਕ ਤੇ ਨੁਰੰਗੀਆਂ ਦੇ ਵੀ ਸੁੰਦਰ ਦਰਖਤ ਹਨ। ਇਤੇ ਆਦਿਕ ਤਰ ਉਪਬਨ ਅੰਦਰ। ਇਸ ਪ੍ਰਕਾਰ ਦੇ ਸੋਹਣੇ ਜਿਹੜੇ ਦਰਖਤ ਹਨ ਉਹ ਬਾਗ ਦੇ ਵਿੱਚ ਸੁਸ਼ੋਭਿਤ ਹਨ। ਰਾਏ ਜੋਧ ਅਰ ਭਾਨਾ ਸੰਗ। ਭਾਈ ਜੋਧ ਰਾਏ ਤੇ ਭਾਈ ਭਾਨਾ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਹਨ। ਵਹਿਰ ਉਤਰ ਤਜ ਦਏ ਤੁਰੰਗ। ਸਤਿਗੁਰ ਜੀ ਜਦੋਂ ਪਹੁੰਚੇ ਤੇ ਘੋੜੇ ਤੋਂ ਉਤਰ ਕੇ ਆਪ ਬਾਗ ਵਿੱਚ ਚਲੇ ਗਏ ਤੇ ਘੋੜਾ ਬਾਹਰ ਖੜਾ ਕਰ ਦਿੱਤਾ ਹੈ। ਅੰਤਰ ਬਰੇ ਤਰੋਵਰ ਹਿਰੈ। ਬਾਗ ਦੇ ਅੰਦਰ ਵੜ ਕੇ ਮਹਾਰਾਜ ਜੀ ਦਰਖਤ ਵੇਖਦੇ ਹਨ। ਪੁਸ਼ਪ ਪੁਸ਼ਪ ਪਰ ਦ੍ਰਿਸ਼ਟੀ ਪ੍ਰੇਰਹਿ। ਜਿੰਨੇ ਵੀ ਉੱਥੇ ਪੁਸ਼ਪ ਨੇ, ਫੁੱਲ ਹਨ, ਉਹਨਾਂ ਵੱਲ ਬਾਰ-ਬਾਰ ਆਪਣੀ ਦ੍ਰਿਸ਼ਟੀ ਫੇਰਦੇ ਹਨ। ਕਰੈ ਸਰਾਹਨ ਇਹ ਬਰ ਬਿਕਸਿਓ। ਤੇ ਨਾਲੇ ਸਲਾਘਾ ਬੜੀ ਕਰਦੇ ਨੇ ਵੀ ਆਹ ਜਿਹੜਾ ਫੁੱਲ ਨਾ ਬੜਾ ਸੋਹਣਾ ਖਿੜਿਆ ਹੋਇਆ ਹੈ। ਇਸ ਕੋ ਟੌਰ ਉਚੇਰੇ ਨਿਕਸਿਓ। ਤੇ ਕਿਸੇ ਨੂੰ ਕਹਿੰਦੇ ਨੇ ਵੀ ਇਸ ਦਰਖਤ ਦਾ ਸਿੱਟਾ ਜਿਹੜਾ ਉਹ ਬੜਾ ਉੱਚਾ ਨਿਕਲਿਆ ਹੋਇਆ ਹੈ, ਇਸ ਫੁੱਲ ਦਾ ਜਿਹੜਾ ਸਿੱਟਾ ਉਹ ਵੀ ਬੜਾ ਉੱਚਾ ਨਿਕਲਿਆ ਹੋਇਆ ਹੈ। ਇਸ ਕੋ ਸੁੰਦਰ ਬਰਨ ਬਿਸਾਲਾ। ਕਿਸੇ ਫੁੱਲ ਨੂੰ ਕਹਿੰਦੇ ਨੇ ਵੀ ਇਹਦਾ ਰੰਗ ਬੜਾ ਸੋਹਣਾ ਹੈ। ਇਹ ਆਛੋ ਸਹਿ ਵਿੱਚ ਮਾਲਾ। ਇਹ ਜਿਹੜਾ ਫੁੱਲ ਨਾ ਮਾਲਾ ਦੇ ਵਿੱਚ ਬੜਾ ਸ਼ੋਭਾ ਪਾਵੇਗਾ। ਚਾਰ ਪੰਖੁਰੀ ਇਸ ਕੀ ਸੋਹਤ। ਕਿਸੇ ਫੁੱਲ ਨੂੰ ਵੇਖ ਕੇ ਕਹਿੰਦੇ ਵੀ ਇਹਦੀਆਂ ਚਾਰ ਪੰਖੜੀਆਂ ਬੜੀਆਂ ਸ਼ੋਭਾ ਪਾਉਂਦੀਆਂ ਹਨ। ਆਕ੍ਰਿਤ ਮਹਾਬਨੀ ਮਨ ਮੋਹਤ। ਤੇ ਕਿਸੇ ਫੁੱਲ ਨੂੰ ਕਹਿੰਦੇ ਨੇ ਵੀ ਇਹਦੀ ਜਿਹੜੀ ਸ਼ੋਭਾ ਹੈ ਨਾ ਬੜੀ ਸੁੰਦਰ ਹੈ ਜੋ ਮਨ ਨੂੰ ਮੋਹ ਲੈਂਦੀ ਹੈ। ਸ਼੍ਰੀ ਹਰਿ ਰਾਏ ਸੋ ਕੁਛਕ ਪਿਛੇਰੇ। ਇਸ ਤਰ੍ਹਾਂ ਮਹਾਰਾਜ ਫੁੱਲਾਂ ਦੀ ਵਡਿਆਈ ਕਰਦੇ ਕਰਦੇ ਬਾਗ ਵਿੱਚ ਸੈਰ ਕਰ ਰਹੇ ਨੇ। ਇੰਨੇ ਨੂੰ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆ ਗਏ, ਜਿਹੜੇ ਛੇਵੇਂ ਪਾਤਸ਼ਾਹ ਤੋਂ ਕੁਝ ਕੁ ਪਿੱਥ ਤੇ ਪਿੱਛੇ ਆਉਂਦੇ ਸਨ। ਹੁਤੇ ਤੁਰੰਗ ਪੰਥ ਕੇ ਨੇਰੇ। ਤੇ ਰਾਹ ਦੇ ਨੇੜੇ ਬਹੁਤ ਸਾਰੇ ਘੋੜੇ ਖੜੇ ਹੋਏ ਸਨ। ਰੁਕਿਓ ਪੋਰ ਉਪਬਨ ਕੋ ਤਬੈ। ਉਹਨਾਂ ਘੋੜਿਆਂ ਦੇ ਨਾਲ ਬਾਗ ਦਾ ਦਰਵਾਜ਼ਾ ਜਿਹੜਾ ਸੀ ਉਹ ਰੁਕਿਆ ਹੋਇਆ ਸੀ। ਕਹਿ ਕਰ ਕੀਨੇ ਬਰਜਨ ਸਬੈ। ਤੇ ਸਤਿਗੁਰਾਂ ਦੇ ਨਾਲ ਜਿਹੜੇ ਸੇਵਕ ਸਨ ਉਹਨਾਂ ਨੇ ਕਹਿ ਕੇ ਉਹ ਘੋੜੇ ਬਰਜ ਕੇ ਇੱਕ ਪਾਸੇ ਕਰਾ ਦਿੱਤੇ ਹਨ। ਸਗਰੇ
ਮਗ ਤਾ ਦੂਰ ਹਟਾਏ। ਜਿੰਨੇ ਘੋੜੇ ਰਾਹ ਵਿੱਚ ਖੜੇ ਸਨ ਉਹਨਾਂ ਨੂੰ ਦੂਰ ਹਟਾ ਦਿੱਤਾ ਗਿਆ ਹੈ। ਤਬੈ ਪ੍ਰਵੇਸ਼ਨ ਕੋ ਚਲ ਆਏ। ਇਹਨੇ ਨੂੰ ਬਾਗ ਵਿੱਚ ਪ੍ਰਵੇਸ਼ ਕਰਨ ਵਾਸਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਆ ਗਏ ਹਨ। ਅਲਪ ਬੈਸ ਮੈਂ ਲਖ ਕਰ ਸਾਰੇ। ਸਤਿਗੁਰਾਂ ਦੀ ਸਰੀਰ ਕਰਕੇ ਉਮਰ ਬਹੁਤ ਜ਼ਿਆਦੀ ਛੋਟੀ ਹੈ। ਲਰੈ ਨਾ ਹੈ ਇਤ ਉਤਹਿ ਨਿਵਾਰੇ। ਤੇ ਸਤਿਗੁਰਾਂ ਨੂੰ ਛੋਟੀ ਉਮਰਾਂ ਦਾ ਜਾਣ ਕੇ ਸੂਰਮਿਆਂ ਨੇ ਘੋੜੇ ਇੱਕ ਪਾਸੇ ਕਰ ਦਿੱਤੇ ਵੀ ਕਿਤੇ ਘੋੜੇ ਆਪਸ ਵਿੱਚ ਲੜ ਨਾ ਪੈਣ, ਇਹਨਾਂ ਦੀ ਭੇੜ ਨਾ ਹੋ ਜਾਵੇ। ਰਛਕ ਦਾਸ ਜਿਨੋ ਕੇ ਸੰਗ। ਤੇ ਗੁਰੂ ਹਰਿਰਾਏ ਸਾਹਿਬ ਦੀ ਟਹਿਲ ਕਰਨ ਵਾਲੇ ਜਿਹੜੇ ਸੇਵਕ ਉਹ ਨਾਲ ਰਹਿੰਦੇ ਹਨ। ਉਤੇ ਅਰੋਹਨ ਬਲੀ ਤੁਰੰਗ। ਉਹ ਵੀ ਸਾਰੇ ਜਾਣੇ ਬਲੀ ਘੋੜਿਆਂ ਦੇ ਉੱਪਰ ਬਿਰਾਜਮਾਨ ਸਨ। ਅੰਤੇ ਸਭ ਕਹੋ ਦਏ ਹਟਾਏ। ਇਸ ਕਰਕੇ ਜਿੰਨੇ ਵੀ ਘੋੜੇ ਬਾਗ ਦੇ ਦਰਵਾਜ਼ੇ ਮੂਹਰੇ ਸਨ ਉਹਨਾਂ ਨੂੰ ਇੱਕ ਪਾਸੇ ਹਟਾ ਦਿੱਤਾ ਗਿਆ ਹੈ। ਉਤਰੇ ਆਪ ਤਬੈ ਹਰ ਰਾਏ। ਇਸ ਤਰ੍ਹਾਂ ਆਪਣਾ ਘੋੜਾ ਖੜਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਤੋਂ ਹੇਠਾਂ ਉਤਰੇ ਹਨ। ਸ਼ਤ ਪਾਲਨ ਕੋ ਸੂਖਮ ਜਾਮਾ। ਤੇ ਕਵੀ ਜੀ ਕਹਿੰਦੇ ਵੀ 100 ਪੱਲਿਆਂ ਵਾਲਾ 100 ਕਲੀਆਂ ਵਾਲਾ ਬੜਾ ਸੂਖਸ਼ਮ ਜਾਮਾ, ਬੜਾ ਸੁੰਦਰ ਜਾਮਾ ਮਹਾਰਾਜ ਸਤਵੇਂ ਪਾਤਸ਼ਾਹ ਨੇ ਪਹਿਨਿਆ ਹੋਇਆ ਹੈ। ਨਿਤ ਪ੍ਰਤ ਪੈ ਰਹਿ ਬਹੁ ਅਬਰਮ। ਔਰ ਇਹ ਜਿਹੜਾ ਜਾਮਾ ਮਹਾਰਾਜ ਜੀ ਹਰ ਰੋਜ਼ ਇਸੇ ਤਰ੍ਹਾਂ ਹੀ ਪਹਿਨਦੇ ਹਨ। ਸੁੰਦਰ ਪਰਿਓ ਸਕੰਦ ਦਕੂਲ। ਤੇ ਮੋਢੇ ਉੱਪਰ ਬੜਾ ਸੋਹਣਾ ਸੁੰਦਰ ਦੁਪੱਟਾ ਰੱਖਿਆ ਹੋਇਆ, ਬਸਤਰ ਰੱਖਿਆ ਹੋਇਆ ਹੈ। ਮਨੋ ਮਿਰਦਲਤਾ ਕੋ ਤਨ ਮੂਲ। ਤੇ ਕਵੀ ਜੀ ਕਹਿੰਦੇ ਇਸ ਤਰ੍ਹਾਂ ਜਾਣੋ ਜੈਸੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਿਰਦਲਤਾ ਕੋਮਲਤਾਈ ਦਾ ਮੂਲ ਹੀ ਹੋਵਣ। ਮਿਲੇ ਪਿਤਾਮਾ ਕੇ ਸੰਗ ਜਾਈ। ਇਸ ਤਰ੍ਹਾਂ ਜਾ ਕੇ ਮਹਾਰਾਜ ਜੀ ਆਪਣੇ ਦਾਦਾ ਜੀ ਨੂੰ ਜਾ ਮਿਲੇ ਹਨ। ਯਾਂਤ ਚਾਲ ਚਲਤ ਚਪਲਾਈ। ਇਸ ਵਾਸਤੇ ਮਹਾਰਾਜ ਗਰੀਬ ਨਵਾਜ ਬੜੀ ਕਾਹਲੀ ਦੇ ਨਾਲ, ਬੜੀ ਤੇਜ਼ੀ ਦੇ ਨਾਲ ਤੁਰ ਰਹੇ ਹਨ। ਬਾਉ ਬੇਗ ਚਲਨ ਤੇ ਪਰਸਿਓ। ਜਦੋਂ ਮਹਾਰਾਜ ਜੀ ਤੇਜ਼ੀ ਨਾਲ ਚੱਲ ਰਹੇ ਨੇ ਉਹਨਾਂ ਦੇ ਜਾਮੇ ਦੇ ਨਾਲ ਕਹਿੰਦੇ ਹਵਾ ਵੀ ਚੱਲਦੀ ਹੈ। ਸ਼ਤ ਪਾਲਨ ਜਾਮੇ ਕੋ ਸਰਸਿਓ। ਤੇ ਹਵਾ ਵੀ ਮੱਠੀ ਮੱਠੀ ਬਾਗ ਵਿੱਚ ਚੱਲਦੀ ਸੀ। ਤੇ 100 ਪੱਲਿਆਂ ਵਾਲਾ ਜਾਮਾ, ਇੱਕ ਤਾਂ ਤੇਜ਼ੀ ਨਾਲ ਤੁਰ ਰਹੇ ਸਨ ਮਹਾਰਾਜ ਜੀ ਤੇ ਦੂਜੇ ਪਾਸੇ ਹਵਾ ਵੀ ਮੱਠੀ ਮੱਠੀ ਚੱਲਦੀ ਹੈ। ਉਹ ਹਵਾ ਜਾਮੇ ਨਾਲ ਸਪਰਸ਼ ਕਰਦੀ ਆ ਤੇ ਉਹਦੇ ਪੱਲਿਆਂ ਨੂੰ ਹਵਾ ਵਿੱਚ ਉਡਾਉਂਦੀ ਹੈ। ਪਸਰਿਓ ਘਨੋ ਛਿਪਰ ਚੱਲ ਜਾਹੀ। ਇਸ ਤਰ੍ਹਾਂ ਜਦੋਂ ਤੇਜ਼ੀ ਨਾਲ ਮਹਾਰਾਜ ਜਾਂਦੇ ਨੇ ਤੇ ਜਾਮਾ ਜਿਹੜਾ ਪਾਤਸ਼ਾਹ ਦਾ 4 ਚੁਫੇਰੇ ਪਸਰਿਆ ਹੋਇਆ ਹੈ। ਸੁੰਦਰ ਫੂਲ ਹੁਤੋ ਮਗ ਮਾਹੀ। ਤੇ ਰਸਤੇ ਦੇ ਵਿੱਚ ਬੜੇ ਸੋਹਣੇ ਫੁੱਲ ਜਿਹੜੇ ਲੱਗੇ ਹੋਏ ਸਨ। ਸੋ ਜਾਮੇ ਲਗ ਅਟਕਤ ਟੂਟਾ। ਤੇ ਅਚਾਨਕ ਇੱਕ ਫੁੱਲ ਜਿਹੜਾ ਮਹਾਰਾਜ ਜੀ ਦੇ ਜਾਮੇ ਨਾਲ ਅਟਕ ਕੇ ਟੁੱਟ ਗਿਆ ਹੈ। ਐਂਚਨ ਕਰੇ ਸ਼ਾਗ ਤੇ ਛੂਟਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਜਾਮਾ ਜਿਹੜਾ ਸੀ ਉਹਦੇ ਨਾਲ ਅਟਕ ਗਿਆ। ਜਦੋਂ ਜਾਮਾ ਖਿੱਚਿਆ ਤੇ ਸਾਖ ਨਾਲੋਂ ਜਾਮਾ ਤਾਂ ਛੁੱਟ ਗਿਆ ਪਰ ਫੁੱਲ ਵੀ ਟੁੱਟ ਗਿਆ ਹੈ। ਟੂਟਿਓ ਪੁਸ਼ਪ ਰਹਿਓ ਤਹ ਪਰਿਓ। ਉਹ ਜਿਹੜਾ ਫੁੱਲ ਟੁੱਟ ਕੇ ਉੱਥੇ ਡਿੱਗਾ ਰਹਿ ਗਿਆ ਹੈ। ਸ਼੍ਰੀ ਹਰਿ ਰਾਏ ਬੇਗ ਤਿਮ ਧਰਿਓ। ਤੇ ਜਿਵੇਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਤੇਜ਼ੀ ਨਾਲ ਜਾ ਰਹੇ ਸਨ ਉਸੇ ਤਰ੍ਹਾਂ ਹੀ ਤੁਰਦੇ ਗਏ ਹਨ। ਮਿਲਨ ਪਿਤਾਮੇ ਕੋ ਚਿਤ ਚਾਹੀ। ਪਾਤਸ਼ਾਹ ਆਪਣੇ ਚਿੱਤ ਵਿੱਚ ਚਾਹੁੰਦੇ ਨੇ ਵੀ ਮੈਂ ਛੇਤੀ ਤੋਂ ਛੇਤੀ ਆਪਣੇ ਦਾਦਾ ਜੀ ਦੇ ਨਾਲ ਰਲ ਜਾਵਾਂ। ਕਹਾਂ ਰਹੇ ਜਬ ਲਗ ਕਹਿ ਨਾਹੀ। ਜਿਤਨੀ ਦੇਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਨਾ ਕਹਿਣ ਕਿ ਸ੍ਰੀ ਹਰਿਰਾਏ ਸਾਹਿਬ ਜੀ ਕਿੱਥੇ ਰਹਿ ਗਏ ਸੀ, ਕਹਿੰਦੇ ਇੰਨੀ ਗੱਲ ਕਹਿਣ ਤੋਂ ਪਹਿਲਾਂ ਜਾ ਕੇ ਮੈਂ ਆਪਣੇ ਦਾਦਾ ਜੀ ਨੂੰ ਮਿਲਣਾ ਹੈ। ਸੰਗ ਦਾਸ ਤਿਮ ਗਮਨਤ ਗਏ। ਜਿਵੇਂ ਮਹਾਰਾਜ ਚਲਦੇ ਜਾ ਰਹੇ ਨੇ ਤੈਸੇ ਉਹਨਾਂ ਦੇ ਪਿੱਛੇ ਸੇਵਕ ਵੀ ਤੁਰਦੇ ਜਾ ਰਹੇ ਹਨ। ਸਤਿਗੁਰ ਨਿਕਟ ਪਹੁੰਚਤ ਪਏ। ਇਸ ਤਰ੍ਹਾਂ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਜਾ ਪਹੁੰਚੇ ਹਨ। ਸਨੇ ਫਿਰ ਉਪਬਨ ਸੈਲ। ਇਸ ਤਰ੍ਹਾਂ ਹੌਲੀ ਹੌਲੀ ਗੁਰੂ ਮਹਾਰਾਜ ਇਸ ਬਾਗ ਦੀ ਸੈਰ ਕਰਦੇ ਹਨ। ਸ਼੍ਰੀ ਹਰਗੋਬਿੰਦ ਸਿੱਖ ਬਹੁ ਗੈਲ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਨਾਲ ਬਾਬਾ ਭਾਨਾ ਜੀ ਆਦਿਕ ਅਨੇਕਾਂ ਹੀ ਸਿੱਖ ਹਨ। ਸੁੰਦਰ ਰਵਸ਼ ਸਥੰਡਲ ਘਨੇ। ਇਸ ਬਾਗ ਦੇ ਵਿੱਚ ਬਣੀਆਂ ਹੋਈਆਂ ਜਿਹੜੀਆਂ ਸੜਕਾਂ ਬੜੀਆਂ ਸੁੰਦਰ ਹਨ ਔਰ ਚੌਂਤਰੇ ਬੜੇ ਸੋਹਣੇ ਬਣੇ ਹੋਏ ਹਨ। ਹਾਥ ਪ੍ਰਬੀਨ ਨੀਕੇ ਲਗ ਬੰਨੇ। ਕਹਿੰਦੇ ਕਿਸੇ ਸਿਆਣੇ ਮਾਲੀ ਦਾ ਹੱਥ ਲੱਗਿਆ ਹੋਇਆ ਹੈ, ਇਸ ਕਰਕੇ ਜਿਹੜਾ ਬਾਗ ਇੰਨਾ ਸੁੰਦਰ ਬਣਿਆ ਹੋਇਆ ਹੈ। ਤਿਨ ਪਰ ਚਲੇ ਜਾਹੇ ਸਭ ਆਗੇ। ਇਸ ਤਰ੍ਹਾਂ ਜਿਹੜੇ ਉੱਥੇ ਸੜਕਾਂ ਤੇ ਚੌਂਤਰੇ ਆਦਿਕ ਬਣੇ ਨੇ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਤੇ ਹੌਲੀ ਹੌਲੀ ਤੁਰਦੇ ਜਾ ਰਹੇ ਹਨ। ਗਮਨ ਭੀਰ ਲਾਰ ਕੋ ਲਾਗੇ। ਤੇ ਬਾਕੀ ਜਿਹੜੀ ਭੀੜ ਸਿੱਖਾਂ ਦੀ ਮਹਾਰਾਜ ਦੇ ਪਿੱਛੇ ਕਤਾਰ ਬਣਾ ਕੇ ਤੁਰਦੀ ਹੈ। ਵਿਖਿਓ ਤਰੋਵਰ ਸੁੰਦਰ ਛਾਇਆ। ਚਲਦਿਆਂ ਮਹਾਰਾਜ ਨੇ ਇੱਕ ਦਰਖਤ ਵੇਖਿਆ, ਉਹਦੀ ਸੋਹਣੀ ਛਾਇਆ ਨੂੰ ਵੇਖ ਕੇ ਬੈਠਨ ਹੇਤ ਹਿਰਦਾ ਬਿਸਮਾਇਆ। ਸਤਿਗੁਰੂ ਸੱਚੇ ਪਾਤਸ਼ਾਹ ਦਾ ਮਨ ਕੀਤਾ ਵੀ ਦਰਖਤ ਦੇ ਹੇਠਾਂ ਬਹਿ ਜਾਈਏ। ਬੁੱਧੀ ਸਗਨ ਬਹੁ ਤਿਸ ਕੇ ਤਰੇ। ਉਸ ਦਰਖਤ ਦੇ ਹੇਠਾਂ ਬੜੀ ਸੰਘਣੀ ਛਾਂ ਹੈ। ਫਰਸ਼ ਕਰਾਏ ਬੈਠ ਬੋ ਕਰੇ। ਤੇ ਫਰਸ਼ ਵਿਛਾ ਦਿੱਤਾ ਸਿੱਖਾਂ ਨੇ। ਮਹਾਰਾਜ ਗਰੀਬ ਨਵਾਜ ਉੱਥੇ ਬਿਰਾਜਮਾਨ ਹੋ ਗਏ ਹਨ। ਅਨਕ ਭਾਂਤ ਕੀ ਬਾਤਨ ਕਰਤੇ। ਆਪਣੇ ਗੁਰਸਿੱਖ ਪਿਆਰਿਆਂ ਨਾਲ ਅਨੇਕਾਂ ਪ੍ਰਕਾਰਾਂ ਦੇ ਬਚਨ ਬਿਲਾਸ ਕਰਦੇ ਹਨ। ਤ੍ਰਿਣ ਸਬਜ਼ੀ ਚਹੁ ਔਰ ਨਿਹਰਤੇ। ਤੇ ਚਾਰ ਚਫੇਰੇ ਤੀਲੇ ਜਿਹੜੇ ਘਾਹ ਆਦਿਕ ਉਹਨਾਂ ਦੀ ਹਰਿਆਵਲ ਪਾਤਸ਼ਾਹ ਵੇਖਦੇ ਨੇ। ਕਦੇ ਫੁੱਲਾਂ ਵੱਲ ਵੇਖਦੇ ਨੇ, ਕਦੇ ਦਰਖਤਾਂ ਵੱਲ, ਉਹਨਾਂ ਦੇ ਫਲਾਂ ਵੱਲ ਵੇਖਦੇ ਹਨ। ਕਿਤਕ ਸਮੇਂ ਮੈਂ ਉੱਠ ਕਰ ਚਾਲੇ। ਤੇ ਕੁਝ ਕੁ ਸਮੇਂ ਵਿੱਚ ਉੱਠ ਕੇ ਮਹਾਰਾਜ ਇੱਥੋਂ ਫਿਰ ਅਗਾਂਹ ਨੂੰ ਚੱਲ ਪਏ ਹਨ। ਸ਼੍ਰੀ ਹਰਿ ਰਾਏ ਨਿਕਟ ਹੈ ਨਾਲੇ। ਤੇ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇੜੇ ਉਹਨਾਂ ਦੇ ਨਾਲ ਨਾਲ ਚੱਲਦੇ ਹਨ। ਸਨੈ ਸਨੈ ਜਿਵੇਂ ਆਗੇ ਗਏ। ਹੌਲੀ ਹੌਲੀ ਚੱਲਦਿਆਂ ਜਿਵੇਂ ਪਾਤਸ਼ਾਹ ਅੱਗੇ ਗਏ ਹਨ। ਤਿਸ ਪ੍ਰਕਾਰ ਹਟ ਆਵਤ ਪਏ। ਉਸੇ ਤਰ੍ਹਾਂ ਬਾਗ ਦੀ ਸੈਰ ਕਰਕੇ ਨਾ ਜਿਸ ਰਸਤੇ ਗਏ ਸਨ ਉਸੇ ਰਸਤੇ ਹੀ ਮਹਾਰਾਜ ਜੀ ਹਟ ਕੇ ਪਿਛਾਂ ਨੂੰ ਆ ਗਏ ਹਨ। ਟੂਟਿਓ ਪਰਿਓ ਪੁਸ਼ਪ ਜਿਸ ਥਾਈ। ਤੇ ਜਿਸ ਜਗ੍ਹਾ ਤੇ ਗੁਰੂ ਹਰਿ ਰਾਏ ਸਾਹਿਬ ਦੇ ਜਾਮੇ ਦੇ ਨਾਲ ਉਹ ਫੁੱਲ ਟੁੱਟ ਕੇ ਡਿੱਗ ਪਿਆ ਸੀ, ਤਾਂ ਪਹੁੰਚਤ ਪੇ ਜਗ ਸਾਈ। ਜਗਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਆਣ ਪਹੁੰਚੇ ਹਨ। ਪ੍ਰਥਮ ਗਏ ਦੇਖਿਓ ਬਿਦ ਭਲੇ। ਜਦੋਂ ਉੱਥੋਂ ਮਹਾਰਾਜ ਪਹਿਲਾਂ ਲੰਘ ਕੇ ਗਏ ਸਨ ਉਹ ਫੁੱਲ ਮਹਾਰਾਜ ਨੇ ਪਹਿਲਾਂ ਵੇਖਿਆ ਸੀ, ਬੜਾ ਸੋਹਣਾ ਖਿੜਿਆ ਹੋਇਆ ਸੀ। ਹਤੋ ਸਰਾਹਿਓ ਸੁੰਦਰ ਖਿਲੇ। ਤੇ ਜਾਂਦੀ ਵਾਰੀ ਸ਼ਲਾਘਾ ਵੀ ਕਰਕੇ ਗਏ ਸਨ ਵੀ ਬੜਾ ਸੋਹਣਾ ਇਹਦਾ ਰੰਗ ਹੈ, ਖਿੜਿਆ ਹੋਇਆ ਹੈ। ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਕਿਸੇ ਦਾ ਚਿਹਰਾ ਜਿਹੜਾ ਮੁਸਕਰਾ ਰਿਹਾ ਹੋਵੇ। ਉਸ ਫੁੱਲ ਦੀ ਵਡਿਆਈ ਕਰਕੇ ਮਹਾਰਾਜ ਜੀ ਉੱਥੋਂ ਗਏ ਸਨ। ਜਬੈ ਬਿਲੋਕਿਓ ਟਟੋ ਪਰਿਓ। ਤੇ ਜਦੋਂ ਗੁਰੂ ਸਾਹਿਬ ਨੇ ਵਾਪਸ ਆ ਕੇ ਵੇਖਿਆ ਵੀ ਉਹ ਜਿਹੜਾ ਫੁੱਲ ਟੁੱਟਿਆ ਹੋਇਆ ਹੈ, ਸਤਿਗੁਰ ਬਾਕ ਉਚਾਰਨ ਕਰਿਓ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ। ਸ਼ਾਖਾ ਲਗਿਓ ਹਤੋ ਹਮ ਹੇਰਾ। ਗੁਰੂ ਸਾਹਿਬ ਜੀ ਕਹਿੰਦੇ ਹੁਣ ਜਦੋਂ ਲੰਘ ਕੇ ਗਏ ਸਾਂ ਉਦੋਂ ਇਹੀ ਜਿਹੜਾ ਫੁੱਲ ਆਪਣੀ ਟਾਹਣੀ ਦੇ ਨਾਲ ਲੱਗਿਆ ਸਾਂ ਵੇਖਿਆ ਹੈ। ਅਬ ਇਹ ਕਿਹਾ ਤੋਰਿਓ ਛਿਤ ਗੇਰਾ। ਤੇ ਹੁਣ ਇਸ ਫੁੱਲ ਨੂੰ ਤੋੜ ਕੇ ਕਿਹਨੇ ਧਰਤੀ ਤੇ ਸੁੱਟ ਦਿੱਤਾ ਹੈ। ਉਪਮਾ ਮੁਖ ਪ੍ਰਸੰਨ ਕੀ ਭਾਵਤ। ਇਹ ਜਿਹੜਾ ਫੁੱਲ ਇੱਕ ਪ੍ਰਸੰਨ ਮੁਖੜੇ ਦੀ ਉਪਮਾ ਪਾਉਂਦਾ ਸੀ, ਅਰਥਾਤ ਜੈਸੇ ਕਿਸੇ ਮਨੁੱਖ ਦਾ ਚਿਹਰਾ ਖਿੜਿਆ ਹੋਵੇ, ਪ੍ਰਸੰਨ ਹੋਵੇ, ਉਸੇ ਤਰ੍ਹਾਂ ਹੀ ਇਹ ਜਿਹੜਾ ਫੁੱਲ ਮਨੁੱਖ ਦੇ ਖਿੜੇ ਹੋਏ ਚਿਹਰੇ ਵਾਂਗੂ ਖੜਿਆ ਹੋਇਆ ਬੜਾ ਸੁੰਦਰ ਲੱਗ ਰਿਹਾ ਸੀ, ਮਨ ਨੂੰ ਮੋਹ ਰਿਹਾ ਸੀ। ਖਰੀ ਪਾਖਰੀ ਹੁਤੋ ਸਹਾਵਤ। ਇਹਦੀਆਂ ਖਿੜੀਆਂ ਹੋਈਆਂ ਪੰਖੜੀਆਂ ਵੀ ਸ਼ੋਭਾ ਪਾ ਰਹੀਆਂ ਸਨ। ਸ਼ਾਖਾ ਸਹਿਤ ਤਰੋਵਰ ਅਵਨੀ। ਤੇ ਆਪਣੀਆਂ ਸ਼ਾਖਾਂ ਸਹਿਤ ਇਹਦਾ ਜਿਹੜਾ ਦਰਖਤ ਹੈ ਨਿਜ ਸ਼ਬਤੇ ਦਿਖਰਾਵਤ ਰਵਨੀ। ਉਹ ਆਪਣੀ ਛਵੀ ਦੇ ਨਾਲ ਆਪਣੀ ਸੁੰਦਰਤਾ ਨੂੰ ਦਿਖਾ ਰਿਹਾ ਸੀ। ਅਬ ਛਿਨ ਛਿਨ ਪ੍ਰਤੇ ਕਮਲਾਵਤ। ਗੁਰਦੇਵ ਕਹਿੰਦੇ ਵੇਖੋ ਹੁਣ ਇਹ ਜਿਹੜਾ ਫੁੱਲ ਧਰਤੀ ਤੇ ਡਿੱਗਾ ਹੋਇਆ ਛਿਨ ਛਿਨ ਦੇ ਵਿੱਚ ਕੁਮਲਾ ਰਿਹਾ ਹੈ। ਸ਼ੋਕ ਸਹਿਤ ਮੁਖ ਸਮਤਾ ਪਾਵਤ। ਇਹ ਇਸ ਤਰ੍ਹਾਂ ਕਹਿੰਦੇ ਮੁਖ ਦੀ ਸਦਰਸ਼ਤਾ ਪ੍ਰਾਪਤ ਕਰ ਰਿਹਾ ਜਿਵੇਂ ਕੋਈ ਚਿਹਰਾ ਸ਼ੋਕ ਦੇ ਸਹਿਤ ਹੋਵੇ। ਪਹਿਲਾਂ ਉਦਾਹਰਣ ਦਿੱਤੀ ਵੀ ਇਹ ਜਿਹੜਾ ਫੁੱਲ ਇਸ ਤਰ੍ਹਾਂ ਸ਼ੋਭਾ ਪਾ ਰਿਹਾ ਜੈਸੇ ਮੁਖ ਖਿੜਿਆ ਹੋਵੇ, ਤੇ ਹੁਣ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿਸੇ ਦੇ ਚਿਹਰੇ ਉੱਪਰ ਸੋਗ ਚਮਕਦਾ ਹੋਵੇ। ਹੁਣ ਇਹ ਸੋਗ ਵਾਲੇ ਮੁਖ ਦੀ ਸਦਰਸ਼ਤਾ ਪ੍ਰਾਪਤ ਕਰ ਰਿਹਾ ਹੈ। ਕਾਰਜ ਕਹਾਂ ਸਰਿਓ ਇਸ ਤੇ ਤੋਰੇ। ਇਸ ਫੁੱਲ ਨੂੰ ਤੋੜ ਕਰਕੇ ਕਿਹੜਾ ਕਾਰਜ ਸਰ ਗਿਆ ਹੈ। ਧਰਨੀ ਭਰਿਓ ਪਈ ਦੁੱਤ ਹੋਰੇ। ਮਹਾਰਾਜ ਕਹਿੰਦੇ ਧਰਤੀ ਉੱਪਰ ਡਿੱਗਾ ਹੋਇਆ ਹੈ, ਇਹਦੀ ਦੁਤੀ ਇਹਦੀ ਸ਼ੋਭਾ ਵੀ ਹੌਲੀ ਪੈ ਗਈ ਹੈ। ਵੇਖੋ ਕੈਸੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕਮਾਲ ਦੀ ਅੰਦਰ ਦੀ ਅਵਸਥਾ ਹੈ। ਇੱਕ ਪਾਸੇ ਮਹਾਂਬਲੀ ਯੋਧੇ ਲਲਾ ਬੇਗ ਵਰਗਿਆਂ ਨੂੰ ਝਟਕਾਉਣ ਵਾਲੇ ਮੈਦਾਨੇ ਜੰਗ ਦੇ ਵਿੱਚ, ਕਿਤੇ ਕੰਬਰ ਬੇਗ ਵਰਗੇ, ਕਿਤੇ ਮੁਗਲ ਸਿਖਾਂ ਵਰਗਿਆਂ ਦਾ ਅੰਤ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ
ਇੱਕ ਛੋਟਾ ਜਿਹਾ ਫੁੱਲ ਟੁੱਟਿਆ ਤੇ ਉਹਦੇ ਨਾਲ ਹਿਰਦਾ ਦਰਬ ਹੋ ਗਿਆ। ਇਹ ਇੱਕ ਅਵਸਥਾ ਹੈ ਬੜੀ ਗਹਿਰੀ, ਮੀਰੀ ਪੀਰੀ ਹੈ। ਇੱਕ ਪਾਸੇ ਪਰਉਪਕਾਰ ਦੀ ਭਾਵਨਾ, ਦਇਆ ਦੇ ਸਾਗਰ ਨੇ, ਦੂਜੇ ਪਾਸੇ ਸੂਰਬੀਰ ਯੋਧੇ ਮਹਾਂਬਲੀ ਨੇ। ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਫੁੱਲ ਦੇ ਟੁੱਟਣ ਦੇ ਨਾਲ ਦਰਬ ਜਾਣਾ, ਇਹ ਕੈਸੀ ਨਰਮ ਦਿਲੀ ਹੈ ਤੇ ਕੈਸੀ ਇੱਕ ਵਿਸਮਾਦੀ ਇਹ ਦਰਵੜਤਾ ਹੈ। ਔਰ ਸਾਧ ਸੰਗਤ ਜੀ ਫਿਰ ਉਸ ਟੁੱਟੇ ਹੋਏ ਫੁੱਲ ਦੇ ਪਰਥਾਏ ਆਪਣੇ ਪਿਆਰਿਆਂ ਨੂੰ ਸਮਝਾਉਣਾ। ਹੁਣ ਉਹ ਸਮਝਾਇਆ ਕੀ ਹੈ? ਇਹਦੇ ਵਿੱਚੋਂ ਇੱਕ ਤੱਤ ਨਿਕਲਦਾ ਹੈ ਕਿ ਜੈਸੇ ਦਰਖਤ ਦੀ ਟਾਹਣੀ ਨਾਲੋਂ ਫੁੱਲ ਟੁੱਟ ਕੇ ਮੁਰਝਾ ਜਾਂਦਾ ਹੈ, ਤੈਸੇ ਹੀ ਇਹ ਜੀਵ ਪਰਮੇਸ਼ਰ ਨਾਲੋਂ ਟੁੱਟ ਕੇ ਮੁਰਝਾ ਜਾਂਦਾ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਬਚਨ ਲਿਖਿਆ ਹੈ, ਕਹਿੰਦੇ ਖਿੜਿਆ ਹੋਇਆ ਫੁੱਲ ਰਾਹੀ ਨੂੰ ਆਵਾਜ਼ ਮਾਰ ਕੇ ਕਹਿੰਦਾ, ਜਦੋਂ ਤੋੜਨ ਲੱਗਾ ਨਾ ਰਾਹੀ ਫੁੱਲ ਨੂੰ, ਉਹਨੇ ਆਖਿਆ ਨਾ ਵੀਰਾ ਤੋੜ ਕੇ ਨਾ ਲੈ ਜਾਈ, ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ। ਸਾਨੂੰ ਡਾਲੀ ਨਾਲੋਂ ਤੋੜੀ ਨਾ ਸੀ ਤਾਂ ਮਹਿਕ ਦੀ ਹੱਟ ਲਾਈ ਹੈ। ਤੇ ਜੇ ਤੂੰ ਸਾਨੂੰ ਇੱਥੋਂ ਤੋੜ ਕੇ ਲੈ ਗਿਆ, ਫਿਰ ਇਹਦੇ ਨਾਲ ਨਾ ਤੇਰਾ ਕੁਝ ਸਵਰਨਾ ਹੈ ਤੇ ਨਾ ਸਾਡੇ ਪੱਲੇ ਕੁਝ ਰਹਿਣਾ ਹੈ। ਕਿਉਂਕਿ ਲੱਖਾਂ ਗਾਹਕ ਸੁੰਘਣ ਆ ਕੇ ਖਾਲੀ ਇੱਕ ਨਾ ਜਾਈ। ਇੱਥੇ ਲੱਖਾਂ ਹੀ ਗਾਹਕ ਆ ਕੇ ਸਾਡੀ ਸੁਗੰਧੀ ਸੁੰਘਦੇ ਨੇ, ਪਰ ਖਾਲੀ ਕੋਈ ਨਹੀਂ ਜਾਂਦੇ। ਜੇ ਤੂੰ ਇਕੱਲਾ ਤੋੜ ਲੈ ਗਇਓ, ਇੱਕ ਜੋਗਾ ਰਹਿ ਜਾਸਾਂ। ਜੇ ਤੂੰ ਇਕੱਲਾ ਤੋੜ ਕੇ ਲੈ ਗਿਆ, ਮੈਂ ਤਾਂ ਤੇਰੇ ਜੋਗਾ ਹੀ ਰਹਿ ਜਾਣਾ। ਉਹ ਭੀ ਪਲਕ ਝਲਕਦਾ ਮੇਲਾ, ਰੂਪ ਮਹਿਕ ਖਿੰਡ ਜਾਸੀ। ਉਹ ਵੀ ਕਹਿੰਦੇ ਪਲਕ ਝਲਕਦਾ ਹੀ ਮੇਲਾ ਹੈ, ਕੁਝ ਸਮੇਂ ਬਾਅਦ ਨਾ ਮੇਰਾ ਰੂਪ ਰਹਿਣਾ, ਨਾ ਮੇਰੀ ਮਹਿਕ ਰਹਿਣੀ ਹੈ। ਤਾਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਵੀ ਮਨੁੱਖ ਤੇਰੀ ਦਸ਼ਾ ਵੀ ਫੁੱਲ ਜੈਸੀ ਹੈ। ਜਿੰਨੀ ਦੇਰ ਤੱਕ ਕਰਤੇ ਪੁਰਖ ਨਾਲ, ਆਪਣੇ ਵਜੂਦ ਨਾਲ, ਪਰਮਾਤਮਾ ਨਾਲ ਜੁੜਿਆ ਰਹੇਗਾ, ਉਹਦੀ ਯਾਦ ਦੇ ਵਿੱਚ ਸਮਾਂ ਗੁਜ਼ਾਰੇਗਾ, ਤੇਰੇ ਜੀਵਨ ਵਿੱਚੋਂ ਖੁਸ਼ੀ ਦੀ ਮਹਿਕ ਆਵੇਗੀ। ਤੇ ਜਿਸ ਦਿਨ ਉਸ ਮਾਲਕ ਨਾਲੋਂ ਟੁੱਟ ਜਾਏਗਾ, ਤੇਰੀ ਦਸ਼ਾ ਵੀ ਉਸ ਟੁੱਟੇ ਹੋਏ ਫੁੱਲ ਦੇ ਵਾਂਗੂ ਹੋ ਜਾਏਗੀ। ਜੀਵਨ ਵਿੱਚ ਸੋਗ ਆਵਣਗੇ। ਕਿਸੇ ਨੇ ਭਾਈ ਨੰਦ ਲਾਲ ਜੀ ਨੂੰ ਪੁੱਛਿਆ, ਬਾਬਾ ਜੀ ਕਿਰਪਾ ਕਰਕੇ ਦੱਸੋ ਵੀ ਖੁਸ਼ੀ ਕੀ ਹੁੰਦੀ ਹੈ ਔਰ ਗਮ ਕੀ ਹੁੰਦਾ ਹੈ? ਭਾਈ ਨੰਦ ਲਾਲ ਜੀ ਕਹਿੰਦੇ ਰੱਬ ਚੇਤੇ ਆਉਣਾ ਖੁਸ਼ੀ ਹੈ, ਰੱਬ ਵਿਸਰਨਾ ਗਮ ਹੈ। ਜਦੋਂ ਪ੍ਰਭੂ ਵਿਸਰਦਾ ਤੇ ਗਮ ਹੈ, ਪ੍ਰਭੂ ਚੇਤੇ ਆਉਂਦਾ ਤੇ ਕਹਿੰਦੇ ਖੁਸ਼ੀ ਹੈ। ਇਸੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਿਆਰਿਆਂ ਨੂੰ ਸਮਝਾ ਰਹੇ ਨੇ ਕਿ ਗੁਰਮੁਖੋ ਪ੍ਰਭੂ ਦੇ ਨਾਲ ਜੁੜੇ ਰਹੋ। ਇਹਦੇ ਵਿੱਚ ਇੱਕ ਹੋਰ ਬੜਾ ਗਹਿਰਾ ਪੱਖ ਹੈ, ਉਹ ਅੱਗੇ ਚੱਲ ਕੇ ਸੁਣਦੇ ਆ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਇਹ ਬਚਨ ਆਖਿਆ ਵੀ ਇਹ ਫੁੱਲ ਕਿਹਨੇ ਤੋੜਿਆ ਹੈ? ਇਮ ਸਤਿਗੁਰ ਕੈ ਬਹੁਤ ਸਬੇਰੇ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਦੇ ਵਿੱਚ ਬਹੁਤਾ ਬਚਨ ਆਖਿਆ, ਭਾਵ ਉਸ ਫੁੱਲ ਦੀ ਵਡਿਆਈ ਕੀਤੀ ਜਦੋਂ ਖਿੜਿਆ ਹੋਇਆ ਸੀ, ਟੁੱਟਣ ਤੋਂ ਬਾਅਦ ਉਹਦੀ ਦਸ਼ਾ ਬਿਆਨ ਕੀਤੀ ਹੈ। ਪੂਜਨ ਹੇਤ ਨਰਨ ਮੁਖ ਹੇਰੇ। ਫਿਰ ਪੁੱਛਣ ਵਾਸਤੇ ਨਾ ਸਾਰੇ ਸਾਥੀਆਂ ਦਾ ਮੂੰਹ ਮਹਾਰਾਜ ਵੇਖਦੇ ਹਨ। ਅਤੇ ਸੰਗ ਸੋ ਕਿਨਹੂ ਨਾ ਜਾਣਾ। ਹੁਣ ਕਰੀਬਨ ਜਿਹੜੇ ਸਿੱਖ ਸਨ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਸਨ ਤੇ ਕਿਸੇ ਨੂੰ ਪਤਾ ਨਹੀਂ ਸੀ ਕਿ ਫੁੱਲ ਤੋੜਿਆ ਕਿਹਨੇ ਹੈ। ਟੂਟਨ ਕਾਰਨ ਨਹੀਂ ਬਖਾਨਾ। ਇਸ ਵਾਸਤੇ ਕਿਸੇ ਨੇ ਉਸ ਫੁੱਲ ਦੇ ਟੁੱਟਣ ਦਾ ਕਾਰਨ ਨਹੀਂ ਦੱਸਿਆ, ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ। ਜਬ ਸਭ ਹਿਨ ਮੁਖ ਤੂਛਨ ਠਾਨੇ। ਜਦੋਂ ਸਾਰਿਆਂ ਦਾ ਮੁਖ ਬਿਲਕੁਲ ਮੌਨ ਸੀ, ਭਾਵ ਕਿਸੇ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸਿਆ ਨਹੀਂ। ਸ਼੍ਰੀ ਹਰਿ ਰਾਏ ਦਾਸ ਤਿਨ ਜਾਣੇ। ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸੇਵਕ ਸੀ ਨਾ, ਸੇਵਾ ਕਰਨ ਵਾਲਾ, ਉਹਨੂੰ ਪਤਾ ਸੀ। ਹੱਥ ਜੋੜ ਸਭ ਹਿਤ ਸੁਨਾਏ। ਉਹਨਾਂ ਨੇ ਹੱਥ ਜੋੜ ਕੇ ਗਰੀਬ ਨਵਾਜ਼ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਸ੍ਰੀ ਹਰਿ ਰਾਏ ਚਲਤ ਉਤਲਾਏ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਅਚਾਨਕ ਆ ਰਹੇ ਸਨ। ਦੀਰਘ ਜਾਮਾ ਅਟਕਿਓ ਜਾਸੋ। ਬੜੇ ਬੇਗ ਦੇ ਨਾਲ ਉਹ ਚੱਲ ਕੇ ਤੁਹਾਨੂੰ ਮਿਲਣਾ ਚਾਹੁੰਦੇ ਸਨ ਤੇ ਉਹਨਾਂ ਦਾ ਵੱਡਾ ਜਿਹੜਾ ਜਾਮਾ ਹੈ ਨਾ,
ਇਹ ਅਚਾਨਕ ਇਸ ਫੁੱਲ ਦੀਆਂ ਟਾਹਣੀਆਂ ਨਾਲ ਅਟਕ ਗਿਆ ਹੈ। ਪਰਿਓ ਟੂਟ ਧਰ ਤੁਰਨ ਤਾ ਸੋਂ। ਤੇ ਮੇਰੇ ਵੇਖਦਿਆਂ ਉਹ ਜਿਹੜਾ ਫੁੱਲ ਅਟਕ ਕੇ ਜਾਮੇ ਨਾਲ ਟੁੱਟ ਕੇ ਧਰਤੀ ਤੇ ਡਿੱਗ ਪਿਆ ਹੈ। ਸੁਨ ਸ਼੍ਰੀ ਮੁਕਤੇ ਸੁਮਤ ਬਤਾਵੇ। ਇਹ ਬਚਨ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਸਮਝਾਉਂਦੇ ਹਨ। ਜੋ ਦੀਰਘ ਜਾਮਾ ਗੁਰ ਪਾਵੇ। ਸਤਿਗੁਰੂ ਕਹਿੰਦੇ ਜਿਹੜਾ ਵੀ ਵੱਡਾ ਜਾਮਾ ਗਲ ਦੇ ਵਿੱਚ ਪਹਿਨੀਏ, ਕਿਉਂ ਨਾ ਸੰਕੋਚ ਸੰਭਾਰ ਚਲੰਤੇ। ਉਹਨੂੰ ਸੰਕੋਚ ਕੇ ਤੇ ਸੰਭਾਲ ਕੇ ਕਿਉਂ ਨਹੀਂ ਚੱਲਦੇ। ਜਿਹ ਪਸਰਤ ਗਨ ਬਿਗਨ ਪਰੰਤੇ। ਜਿਸ ਜਾਮੇ ਦੇ ਪਸਰਨ ਦੇ ਨਾਲ ਵਿਘਨ ਪੈਂਦੇ ਨੇ ਉਹ ਜਾਮਾ ਸੰਭਾਲ ਲੈਣਾ ਚਾਹੀਦਾ ਹੈ, ਤਾਂ ਕਿ ਕਿਸੇ ਨੂੰ ਉਹਦੇ ਤੋਂ ਨੁਕਸਾਨ ਨਾ ਹੋਵੇ। ਹੁਣ ਗੱਲ ਬੜੀ ਗਹਿਰੀ ਹੈ। ਇੱਕ ਤਾਂ ਜਦੋਂ ਕੋਈ ਜ਼ਿੰਮੇਵਾਰੀ ਸਿਰ ਤੇ ਹੋਵੇ ਨਾ, ਜਦੋਂ ਆਪਾਂ ਕਿਸੇ ਜ਼ਿੰਮੇਵਾਰੀ ਵਾਲੀ ਪਦਵੀ ਤੇ ਬੈਠੇ ਹੋਈਏ ਤੇ ਸਾਡੀ ਫਿਰ ਹੋਰ ਜ਼ਿਆਦਾ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਉਸ ਪਦਵੀ ਦੀ ਮਾਣ ਤੇ ਮਰਿਆਦਾ ਨੂੰ ਕਿਵੇਂ ਬਰਕਰਾਰ ਰੱਖਣਾ ਹੈ, ਤਾਂ ਕਿ ਤੁਹਾਡੀ ਉਸ ਪਦਵੀ ਕਰਕੇ ਕਿਸੇ ਨੂੰ ਠੇਸ ਨਾ ਪਹੁੰਚੇ। ਤੁਹਾਡੇ ਕੋਲੋਂ ਵੀ ਐਸੀ ਕੋਈ ਗਲਤੀ ਨਾ ਹੋਵੇ ਕਿ ਦੂਜਾ ਦੁਖੀ ਹੋਵੇ। ਤੁਸੀਂ ਇਹੋ ਜੀ ਕੋਈ ਗਲਤੀ ਨਾ ਕਰੋ ਤਾਂ ਕਿ ਉਸ ਪਦਵੀ ਦੀ ਮਾਣ ਮਰਿਆਦਾ ਨੂੰ ਵੀ ਠੇਸ ਲੱਗੇ। ਮਹਾਰਾਜ ਕਹਿੰਦੇ ਜੇ ਜਾਮਾ ਵੱਡਾ ਪਹਿਨਦੇ ਹੋ ਤੇ ਜਾਮੇ ਨੂੰ ਸੰਕੋਚਣਾ ਵੀ ਸੰਭਾਲੋ, ਉਹਨੂੰ ਸੰਕੋਚਣਾ ਵੀ ਸਮਝੋ, ਤਾਂ ਕਿ ਤੁਹਾਡੇ ਜਾਮੇ ਕਰਕੇ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਪਵੇ। ਸੁਨੇ ਪਿਤਾਮੇ ਕੀ ਇਮ ਬਾਨੀ। ਹੁਣ ਬਚਨ ਤਾਂ ਭਵਿੱਖਤ ਹੀ ਸਨ ਸਾਰੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੱਦੀ ਤੁਹਾਨੂੰ ਪ੍ਰਾਪਤ ਹੋਣੀ ਹੈ ਤੇ ਉਸ ਨੂੰ ਵੀ ਜ਼ਿੰਮੇਵਾਰੀ ਨਾਲ ਸੰਭਾਲਣਾ ਹੈ। ਇਸ ਤਰ੍ਹਾਂ ਆਪਣੇ ਦਾਦਾ ਜੀ ਦੇ ਬਚਨ ਮਹਾਰਾਜ ਨੇ ਸੁਣੇ ਹਨ। ਸ਼੍ਰੀ ਹਰਿ ਰਾਏ ਬੰਦਨ ਠਾਨੀ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਦੋਨੇ ਹੱਥ ਜੋੜ ਕੇ ਨਮਸਕਾਰ ਕੀਤੀ ਹੈ। ਤੁਰਤ ਸੰਕੋਚਿਓ ਜਾਮਾ ਗੁਰ ਕੋ। ਸਤਿਗੁਰੂ ਮਹਾਰਾਜ ਨੇ ਤੁਰੰਤ ਹੀ ਆਪਣੇ ਗਲ ਦਾ ਜਿਹੜਾ ਜਾਮਾ ਹੈ ਉਹ ਸੰਕੋਚ ਲਿਆ ਹੈ। ਕਰਿਓ ਸੰਵਾਰਨ ਪਾਏ ਸੋ ਕਰ ਕੋ। ਕਹਿੰਦੇ ਹੱਥ ਪਾ ਕੇ ਨਾ ਚੰਗੀ ਤਰ੍ਹਾਂ ਨੂੰ ਸਵਾਰ ਲਿਆ, ਵੀ ਇਕੱਠਾ ਹੋ ਗਿਆ, ਵੀ ਉਸ ਜਾਮਾ ਹੀ ਕਰਕੇ ਮੁੜ ਕੇ ਨਾ ਕਿਸੇ ਤਰ੍ਹਾਂ ਦਾ ਵਿਘਨ ਪਵੇ। ਤਬ ਤੇ ਮਾਨਿਓ ਬਚਨ ਭਲੇ ਹੈ। ਕਵੀ ਜੀ ਕਹਿੰਦੇ ਉਸ ਦਿਨ ਤੋਂ ਬਾਅਦ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਦਾਦਾ ਜੀ ਦਾ ਭਲੀ ਪ੍ਰਕਾਰ ਇਹ ਬਚਨ ਮਨ ਵਿੱਚ ਮੰਨਿਆ ਹੈ। ਜਬ ਲੋ ਜੀਏ ਨਾ ਸ਼ੋਰ ਚਲੇ ਹੈ। ਤੇ ਜਿੰਨੀ ਦੇਰ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਉਨੀ ਦੇਰ ਤੱਕ ਆਪਣਾ ਜਾਮਾ ਨਹੀਂ ਛੱਡਿਆ। ਜਦੋਂ ਵੀ ਮਹਾਰਾਜ ਨੇ ਬਹਿਣਾ ਜਾਮਾ ਸੰਕੋਚ ਕੇ, ਜਦੋਂ ਵੀ ਚੱਲਣਾ ਤੇ ਆਪਣੇ ਜਾਮੇ ਨੂੰ ਸੰਕੋਚ ਕੇ ਚੱਲਣਾ, ਵੀ ਕਿਤੇ ਇਹਦੇ ਕਰਕੇ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ। ਸ਼ਤ ਪਾਲਨ ਕੋ ਜਾਮਾ ਪਾਵਾ। ਸਤਿਗੁਰੂ ਮਹਾਰਾਜ 100 ਪੱਲਿਆਂ ਵਾਲਾ ਜਾਮਾ ਪਹਿਨਦੇ ਹਨ। ਚਲਨ ਸਮੈ ਕਰਤੇ ਸੁਖ ਚਾਵੇ। ਤੇ ਜਦੋਂ ਵੀ ਚੱਲਦੇ ਨੇ ਮਹਾਰਾਜ ਹੱਥਾਂ ਦੇ ਨਾਲੋਂ ਜਾਮਾ ਸੰਕੋਚ ਕੇ ਚੱਲਦੇ ਹਨ। ਸੀਖ ਪਿਤਾਮੇ ਕੀ ਨਾ ਬਿਸਾਰੀ। ਸਤਿਗੁਰਾਂ ਨੇ ਆਪਣੇ ਦਾਦਾ ਜੀ ਦੀ ਦਿੱਤੀ ਸਿੱਖਿਆ ਨੂੰ ਭੁਲਾਇਆ ਨਹੀਂ ਹੈ। ਸ਼੍ਰੀ ਹਰਿ ਰਾਏ ਪ੍ਰਤਗਿਆ ਧਾਰੀ। ਬਚਪਨ ਦੇ ਵਿੱਚ ਹੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਪ੍ਰਤੱਗਿਆ ਧਾਰਨ ਕਰ ਲਈ ਸੀ। ਜਿਮ ਸ਼੍ਰੀ ਨਾਨਕ ਸੇਵਤ ਰਹੇ। ਜਿਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਦੇ ਰਹੇ ਹਨ। ਗੁਰ ਅੰਗਦ ਬੜ ਰੁਜ ਦੁਖ ਸਹੇ। ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਰੀ ਸੰਕਟ ਵੀ ਸਹੇ ਸੇਵਾ ਕਰਦਿਆਂ ਇੱਕ ਦਿਨ ਮਹਾਰਾਜ ਰਾਵੀ ਤੇ ਇਸ਼ਨਾਨ ਕਰਨ ਵਾਸਤੇ ਗਏ ਗੁਰੂ ਨਾਨਕ ਸਾਹਿਬ ਜੀ। ਕਵੀ ਜੀ ਨੇ ਬਚਨ ਵਰਤਿਆ ਨਾ, ਗੁਰ ਅੰਗਦ ਬੜ ਰੁਜ ਦੁਖ ਸਹੇ। ਗੁਰੂ ਅੰਗਦ ਦੇਵ ਸਾਹਿਬ ਨੇ ਵੀ ਦੁੱਖ ਸਹੇ। ਕੈਸਾ ਦੁੱਖ ਸੀ? ਸਰਦੀ ਪੈਂਦੀ ਸੀ, ਪੋਹ ਦਾ ਮਹੀਨਾ, ਬੜੀ ਕੜਕਵੀਂ ਠੰਡ, ਪਾਲਾ ਪੈਂਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਨਾਨ ਕਰਨ ਵਾਸਤੇ ਚਲੇ ਗਏ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਹਿੰਦੇ, ਪੁਰਖਾ ਇੱਥੇ ਠਹਿਰੋ, ਜਿੰਨੀ ਦੇਰ ਤੱਕ ਅਸੀਂ ਵਾਪਸ ਨਹੀਂ ਆਉਂਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਰਾਵੀ ਵਿੱਚ ਗਏ, ਇਸ਼ਨਾਨ ਕੀਤਾ ਤੇ ਇਸ਼ਨਾਨ ਕਰਕੇ ਦੂਜੇ ਪਾਸਿਓਂ ਨਿਕਲ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਹੀ ਖਲੋਤੇ ਰਹੇ। ਤੇ ਮਹਾਰਾਜ ਗਰੀਬ ਨਵਾਜ ਜੀ ਦਾ ਸਰੀਰ ਜਿਹੜਾ ਸੀ ਉਹ ਬਿਲਕੁਲ ਠੰਡ ਦੇ ਨਾਲ ਕਹਿੰਦੇ ਆਕੜ ਗਿਆ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਪਸ ਆਏ, ਕਹਿੰਦੇ ਪੁਰਖਾ ਜੀ ਇੱਥੇ ਹੀ ਖਲੋਤਾ ਹੈ? ਕਹਿੰਦੇ ਮਹਾਰਾਜ ਤੁਸੀਂ ਆਪੇ ਤਾਂ ਕਹਿ ਕੇ ਗਏ ਸੀ ਵੀ ਪੁਰਖਾ ਇੱਥੇ ਠਹਿਰ, ਉਦੋਂ ਦਾ ਇੱਥੇ ਹੀ ਠਹਿਰਿਆ। ਤੋ ਇਸ ਤਰ੍ਹਾਂ ਉਹ ਪਾਲਾ ਕੱਕਰ ਆਪਣੇ ਸਰੀਰ ਤੇ ਸਹਿਆ ਮਹਾਰਾਜ ਸੱਚੇ ਪਾਤਸ਼ਾਹ ਨੇ। ਹਰ ਵਕਤ ਸੇਵਾ ਵਿੱਚ ਤਤਪਰ ਰਹਿਣਾ, ਸਾਰੀ ਰਾਤ ਜਾਗਣਾ, ਗੁਰੂ ਸਾਹਿਬ ਦੀ ਸੇਵਾ ਕਰਨੀ। ਇਸ ਤਰ੍ਹਾਂ ਉਹਨਾਂ ਨੇ, ਕਿਉਂਕਿ ਬਚਨ ਹੈ ਨਾ ਬਾਣੀ ਦਾ, ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ ਸੁਖ ਸਾਰ। ਸਤਿਗੁਰਾਂ ਦੀ ਸੇਵਾ ਬੜੀ ਕਰੜੀ ਹੈ,
ਪਰ ਜਿਨ੍ਹਾਂ ਕਰੜੀ ਸੇਵਾ ਕਰ ਲਈ ਉਹਨਾਂ ਨੂੰ ਸ੍ਰੇਸ਼ਟ ਸੁਖ ਪ੍ਰਾਪਤ ਹੁੰਦੇ ਹਨ। ਸਰਬ ਰੀਤ ਕਰ ਸਮਰੱਥ ਪਏ, ਹਰ ਪ੍ਰਕਾਰ ਦੇ ਸੰਕਟ ਸਹਿ ਸੇਵਾ ਕਰਕੇ ਕਸਵਟੀਆਂ ਵਿੱਚੋਂ ਜਦੋਂ ਪਾਰ ਨਿਕਲ ਗਏ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਅਖੀਰ ਹਰ ਪ੍ਰਕਾਰ ਤਰ੍ਹਾਂ ਸਮਰੱਥ ਹੋ ਗਏ ਹਨ। ਰੁਜ ਤਨ ਕੋ ਨਾ ਮਿਟਾਵਨ ਕੀਏ, ਪਰ ਸਰੀਰ ਦੇ ਵਿੱਚ ਇੱਕ ਰੋਗ ਸੀ। ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੱਦੀ ਤੇ ਬੈਠੇ ਨਾ, ਇਤਿਹਾਸ ਵਿੱਚ ਬਚਨ ਆਉਂਦਾ ਹੈ ਜੀ, ਜਿਸ ਚਰਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਨਮਸਕਾਰ ਕੀਤੀ ਨਾ, ਤਾਂ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਉਹ ਬਚਨ ਕਰ ਲਿਆ ਸੀ ਆਪਣੇ ਚਰਨਾਂ ਦੇ ਪ੍ਰਤੀ। ਤੇ ਮਹਾਰਾਜ ਦੇ ਚਰਨਾਂ ਦੇ ਗੂਠੇ ਦੇ ਵਿੱਚ ਕਹਿੰਦੇ ਇੱਕ ਜ਼ਖਮ ਸੀ ਜਿਹਦੇ ਵਿੱਚੋਂ ਪਾਣੀ ਰਿਸਦਾ ਸੀ। ਉਹ ਬਚਨ ਤਾਂ ਕੀਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵੀ ਇਹਨਾਂ ਹੀ ਪੈਰਾਂ ਨੂੰ ਗੁਰੂ ਨਾਨਕ ਸਾਹਿਬ ਨੇ ਨਮਸਕਾਰ ਕੀਤੀ ਹੈ, ਜੋ ਆਪ ਅਕਾਲ ਪੁਰਖ ਪਰਮੇਸ਼ਰ ਹਨ, ਤੇ ਮੈਂ ਤਾਂ ਇਸ ਲਾਇਕ ਵੀ ਨਹੀਂ ਸੀ। ਤਾਂ ਕਹਿੰਦੇ ਜਿੰਨੀ ਦੇਰ ਤੱਕ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਰਹੇ ਤੇ ਉਸ ਚੀਜ਼ ਨੂੰ ਉਸੇ ਤਰ੍ਹਾਂ ਹੀ ਉਹਨਾਂ ਨੇ ਆਪਣੇ ਸਰੀਰ ਤੇ ਸਹਿਆ, ਉਸ ਰੋਗ ਨੂੰ ਮਿਟਾਇਆ ਨਹੀਂ ਹੈ। ਤਿਮ ਸ਼੍ਰੀ ਅਮਰਦਾਸ ਤਿਨ ਆਗੇ, ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਨੇ ਅੱਗੇ ਬੜੀ ਭਾਰੀ ਸੇਵਾ ਕੀਤੀ ਹੈ। ਦੁਸ਼ਕ੍ਰਿਤ ਸੇਵਾ ਮੈਂ ਨਿਤ ਲਾਗੇ, ਬੜੀ ਔਖੀ ਤੇ ਅਨੋਖੀ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ, ਜਿਨ੍ਹਾਂ ਨੇ 12 ਸਾਲ ਗਾਗਰ ਢੋਈ ਮਹਾਰਾਜ ਨੂੰ ਇਸ਼ਨਾਨ ਕਰਾਇਆ। ਅੱਜ ਅਸੀਂ 4 ਦਿਨ ਆ ਕੇ ਗੁਰਦੁਆਰੇ ਸੇਵਾ ਕਰ ਲਈਏ ਤੇ ਸਾਨੂੰ ਇਦਾਂ ਲੱਗਦਾ ਵੀ ਜਿਵੇਂ ਮਾਲਕ ਹੀ ਬਣ ਗਏ ਆਪਾਂ। ਏਡਾ ਅਭਿਮਾਨ ਹੰਕਾਰ ਸਾਡੇ ਅੰਦਰ, ਦੂਜਿਆਂ ਨਾਲ ਈਰਖਾ ਕਰਨੀ, ਦਵੈਸ਼ ਕਰਨੀ, ਬਖੀਲੀ ਕਰਨੀ, ਨਿੰਦਿਆ ਚੁਗਲੀ ਕਰਨੀ, ਪਤਾ ਨਹੀਂ ਇਹੋ ਜਿਹੇ ਸੰਸਕਾਰ ਅਸੀਂ ਕਿੱਥੋਂ ਆਪਣੇ ਅੰਦਰ ਪੈਦਾ ਕਰ ਲੈਨੇ ਆ। ਸੇਵਾ ਸਾਨੂੰ ਈਰਖਾ ਕਰਨਾ ਨਹੀਂ ਸਿਖਾਉਂਦੀ, ਸੇਵਾ ਹਿਰਦੇ ਵਿੱਚ ਪ੍ਰੇਮ ਪੈਦਾ ਕਰਦੀ। ਅਗਰ ਸੇਵਾ ਕਰਕੇ ਸਾਡੇ ਹਿਰਦੇ ਵਿੱਚ ਇਹ ਦਵੈਸ਼ ਪੈਦਾ ਹੁੰਦੀ ਹੈ ਤਾਂ ਉੱਥੇ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸ਼ਕੀਨ ਕਹਿੰਦੇ ਦਾ ਭਾਵ ਤੇਰੀ ਸੇਵਾ ਮੈਲੀ ਕਿਉਂ, ਤੇਰਾ ਮਨ ਮੈਲਾ ਹੈ, ਤੇਰੇ ਮੈਲੇ ਮਨ ਕਰਕੇ ਤੇਰੀ ਸੇਵਾ ਵੀ ਮੈਲੀ ਹੋ ਗਈ ਹੈ। ਇਸ ਵਾਸਤੇ ਉਸ ਸੇਵਾ ਕਰਕੇ ਹੀ ਤੇਰੇ ਅੰਦਰ ਇੰਨੇ ਵਿਕਾਰ ਪੈਦਾ ਹੋ ਗਏ ਨੇ। ਤੋ ਗੁਰੂ ਅਮਰਦਾਸ ਮਹਾਰਾਜ ਜੀ ਅੰਦਰ ਇੰਨੀ ਨਿਮਰਤਾ, ਗੁਰੂ ਅੰਗਦ ਦੇਵ ਸਾਹਿਬ ਜੀ ਕਈ ਵਾਰੀ ਤਾਂ ਬੁਲਾਉਂਦੇ ਹੀ ਨਹੀਂ ਸਨ, ਤਾਂ ਚੁੱਪ ਹੋ ਕੇ ਸੇਵਾ ਕਰੀ ਜਾਣੀ। ਅੱਜ ਸਾਨੂੰ ਕੋਈ ਸੇਵਾ ਕਰਦੇ ਨੂੰ ਨਾ ਵਡਿਆਏ ਨਾ ਤੇ ਅਸੀਂ ਭੱਜ ਜਾਈਏ, ਇੱਥੇ ਕਿਹੜਾ ਕੋਈ ਪੁੱਛਦਾ। ਜਦੋਂ ਅਸੀਂ ਗੁਰੂ ਦੀ ਸੇਵਾ ਕਰਦੇ ਹਾਂ, ਗੁਰੂ ਤਾਂ ਵੇਖ ਰਹੇ ਆ ਨਾ ਸਾਨੂੰ, ਪਰ ਅਸੀਂ ਚਾਹੁੰਦੇ ਆ ਵੀ ਸਾਨੂੰ ਇਨਸਾਨ ਵਡਿਆਏ, ਲੋਕ ਸਾਡੀ ਉਪਮਾ ਕਰਨ ਵੀ ਆਹ ਬੰਦਾ ਸੇਵਾ ਕਰਦਾ। ਭਾਈ ਸੇਵਾ ਤਾਂ ਉਹੀ ਸਫਲੀ ਹੈ ਜਿਸ ਸੇਵਾ ਵਿੱਚ ਗੁਰੂ ਦਾ ਮਨ ਮੰਨ ਗਿਆ। ਜਿੱਥੇ ਬੰਦਿਆਂ ਦਾ ਮਨ ਮੰਨਿਆ ਉਹ ਸੇਵਾ ਸਫਲੀ ਹੈ ਜਾਂ ਨਹੀਂ ਹੈ ਇਹ ਨਹੀਂ ਪਤਾ, ਪਰ ਸੇਵਾ ਉਹ ਸਫਲ ਹੀ ਹੁੰਦੀ ਜਿਹਦੇ ਵਿੱਚ ਗੁਰੂ ਦਾ ਮਨ ਮੰਨ ਜਾਂਦਾ। ਸਾ ਸੇਵਾ ਕੀਤੀ ਸਫਲ ਹੈ ਜੇ ਤੋ ਸਤਿਗੁਰ ਕਾ ਮਨ ਮੰਨੇ। ਤੇ ਜਦੋਂ ਗੁਰੂ ਦਾ ਮਨ ਮੰਨ ਜਾਏ ਫਿਰ ਸਿੱਖ ਦੇ ਸਾਰੇ ਪਾਪ ਮਹਾਰਾਜ ਨਿਵਰਤ ਕਰ ਦਿੰਦੇ ਹਨ। ਏਕ ਸਮੈ ਗਹਿ ਤਿਨ ਕੀ ਬਾਹੂ, ਸਾਧ ਸੰਗਤ ਜੀ ਇੱਕ ਦਿਨ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਂਹ ਫੜ ਲਈ। ਇਹ ਕਥਾ ਉਦੋਂ ਦੀ ਹੈ ਜਦੋਂ ਗੋਇੰਦਵਾਲ ਸਾਹਿਬ ਨਗਰ ਵਸਾ ਦਿੱਤਾ ਗਿਆ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਗੋਇੰਦਵਾਲ ਸਾਹਿਬ ਰਹਿੰਦੇ ਹੁੰਦੇ ਸਨ। ਉਥੋਂ ਸਾਰਾ ਪਰਿਵਾਰ ਜਿਹੜਾ ਸਤਿਗੁਰਾਂ ਨੇ ਬਾਸਰ ਕੇ ਨਗਰ ਤੋਂ ਲਿਆ ਕੇ ਗੋਇੰਦਵਾਲ ਸਾਹਿਬ ਵਸਾ ਲਿਆ ਤੇ ਰੋਜ਼ ਦਰਸ਼ਨ ਕਰਨ ਵਾਸਤੇ ਆਉਣਾ ਖਡੂਰ ਸਾਹਿਬ। ਇੱਕ ਦਿਨ ਖੇਡ ਵਰਤੀ ਜੀ ਰਾਹ ਦੇ ਵਿੱਚ ਇੱਕ ਹੱਡੀ ਮਹਾਰਾਜ ਦੇ ਚਰਨਾਂ ਨੂੰ ਸਪਰਸ਼ ਹੋਈ, ਉਹਦੇ ਵਿੱਚ ਇੱਕ ਪ੍ਰਕਾਸ਼ ਨਿਕਲਿਆ। ਗੁਰੂ ਅਮਰਦਾਸ ਸਾਹਿਬ ਨੂੰ ਨਮਸਕਾਰ ਕੀਤੀ ਤੇ ਅਚਾਨਕ ਅਲੋਪ ਹੋ ਗਿਆ। ਸਿੱਖਾਂ ਨੇ ਸਾਰਿਆਂ ਨੇ ਕੌਤਕ ਵੇਖੇ ਜੀ, ਜਿਹੜੇ ਦਰਸ਼ਨਾਂ ਲਈ ਨਾਲ ਆ ਰਹੇ ਸਨ ਮਹਾਰਾਜ ਦੇ। ਉਦੋਂ ਗੁਰਤਾ ਗੱਦੀ ਤੇ ਅਜੇ ਬਿਰਾਜਮਾਨ ਨਹੀਂ ਸਨ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਸਿੱਖ ਜਦੋਂ ਪਹੁੰਚੇ ਤੇ ਰਾਹ ਦੀ ਘਟਨਾ ਸੁਣਾ ਦਿੱਤੀ। ਪਾਤਸ਼ਾਹ ਰਸਤੇ ਵਿੱਚ ਇਹ ਘਟਨਾ ਵਾਪਰੀ ਹੈ। ਇਹ ਗੱਲ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤਾ ਵੀ ਅੱਜ ਤੋਂ ਬਾਅਦ ਤੁਸੀਂ ਦਰਸ਼ਨਾਂ ਲਈ ਨਹੀਂ ਆਉਣਾ ਖਡੂਰ ਸਾਹਿਬ। ਕਹਿੰਦੇ ਪਾਤਸ਼ਾਹ ਜੇ ਮੇਰਾ ਮਨ ਕਰੇ, ਹਜ਼ੂਰ ਕਹਿੰਦੇ ਅਸੀਂ ਤੁਹਾਨੂੰ ਦਰਸ਼ਨ ਦੇਣ ਆਇਆ ਕਰਾਂਗੇ। ਆਪ ਚੱਲ ਕੇ ਗੋਇੰਦਵਾਲ ਸਾਹਿਬ ਤੇ ਨਾਲੇ ਬਚਨ ਸੁਣਾਇਆ ਸੰਗਤਾਂ ਨੂੰ ਕਿ ਉਹ ਪੁਰਸ਼ ਜਿਹੜਾ ਕੋਈ ਪਾਤਕ, ਕੋਈ ਅਦਮ ਨੀਚ ਪੁਰਸ਼ ਸੀ, ਨਰਕਾਂ ਵਿੱਚ ਗੋਤੇ ਖਾ ਰਿਹਾ, ਉਹਦੇ ਸਰੀਰ ਦੀ ਹੱਡੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਨਾਲ ਸਪਰਸ਼ ਹੋਈ ਤੇ ਉਹ ਮੁਕਤ ਹੋ ਗਿਆ, ਉਹਦਾ ਭਲਾ ਹੋ ਗਿਆ, ਨਰਕਾਂ ਵਿੱਚੋਂ ਨਿਕਲ ਗਿਆ। ਜੇ ਕੋਈ ਸ਼ੰਕਾ ਕਰੇ
ਤੇ ਭੱਟਾਂ ਦੇ ਸਵਈਏ ਕਹਿੰਦੇ ਨੇ ਗੁਰ ਅਮਰਦਾਸ ਪਰਸੀਐ ਪੋਮ ਪਾਤਕ ਬਿਨਾਸਹਿ। ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਰਸ ਕੇ ਤਾਂ ਧਰਤੀ ਦੇ ਵੀ ਪਾਪ ਖਤਮ ਹੋ ਜਾਂਦੇ, ਤਾਂ ਫਿਰ ਵੀ ਮਨੁੱਖ ਦੇ ਸਰੀਰ ਦੀ ਹੱਡੀ ਹੈ, ਧਰਤੀ ਦੇ ਪਾਪ ਵੀ ਨਸ਼ਟ ਹੋ ਜਾਂਦੇ ਨੇ। ਐਸੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਨੂੰ ਮਿਲਣ ਵਾਸਤੇ ਗੁਰੂ ਅੰਗਦ ਦੇਵ ਜੀ ਗੋਇੰਦਵਾਲ ਸਾਹਿਬ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਾਲ ਤੋਰ ਲਿਆ ਤੇ ਬਾਹ ਫੜ ਲਈ ਸਤਿਗੁਰਾਂ ਨੇ। ਸ਼੍ਰੀ ਅੰਗਦ ਗਮਨੇ ਮਗ ਮਾਹੂ। ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਅੱਗੇ ਜਾ ਰਹੇ ਹਨ। ਸਹਿਜ ਸੁਭਾਇਕ ਬਾਕ ਕਹੰਤੇ। ਤੇ ਸੋਤੇ ਸਿੱਧ ਆਪਸ ਦੇ ਵਿੱਚ ਬਚਨ ਬਿਲਾਸ ਕਰਨ ਲੱਗੇ। ਆਪਨ ਬਰੋਬਰ ਲਿਏ ਚਲੰਤੇ। ਤੇ ਆਪਣੇ ਬਰਾਬਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਲੈ ਕੇ ਚੱਲਦੇ ਹਨ। ਤਾਂ ਇੱਕ ਪਾਸੇ ਸੱਜੀ ਬਾਹ ਮਹਾਰਾਜ ਜੀ ਦੀ ਲਟਕਦੀ ਸੀ ਤੇ ਇੱਕ ਬਾਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਨੇ ਪਕੜੀ ਹੋਈ ਸੀ। ਬੜਾ ਸੁੰਦਰ ਇਹ ਪ੍ਰਕਰਨ ਹੈ। ਕੱਲ ਦੇ ਦੀਵਾਨ ਦੇ ਵਿੱਚ ਇਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਔਰ ਇਤਿਹਾਸ ਕਥਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਆਗਮ ਪੂਰਨ ਮੋਹਿ ਮਾਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ